साहिब जीओ। गुरु नानक अंगद गुरु, अमरदास पद बंद। रामदास अर्जन गुरु, वर श्री हर गोबिंद। हरि राय हर कृष्ण गुरु, तेग बहादुर चंद। दसवें गोविंद सिंह गुरु, नमो चरण अरविंद। श्री गुरु शब्द कमाए जना, जीते पंच विकार। तिन संतन को वंदना, सिर चरणन बरसार। एक अंकारा सतगुरु, ते प्रसाद सच हो। वाहिगुरु जी की फतेह, विघ्न विनाशन सोय। वाहिगुरु जी की फतेह, विघ्न विनाशन वाहेगुरु साहिब जीओ। पादड़ी छंद इस भांत सिखे सब सतत कीन। इम देह दर्श हमको प्रबीन। दासन मजार बैठो सदीव, सब को अलंब अब आप थीव। पादड़ी छंद इस भांत सिखे सब सतत कीन। वाहिगुरु जी का खालसा, वाहिगुरु जी की फतेह। परम सत्कार योग गुरु खालसा साध संगत जी, गुरु महाराज जी बख्शिश रहमत का सदका आपां पावन पवित्र इतिहास संगत रूप में जुड़ के अमृत वेले दी दीवान दी हाजरियां करदियां होया गुरबाणी स्वरूप सतगुरु साहिब जी दर्शन दीदार करदियां होया सरवण करदे हां। जिस तरह सतगुरु अमरदास साहिब महाराज जी, गुरु अंगद साहिब जी दे महान विछोड़े दे दुख करके व्याकुल होके अपने जन्म नगर बासर के विखे बाहर बार जिथे खेत कोठा है उत्थे जाप लोग होए समाधि विच स्थित हो गए सन। गुरु की सिख संगत व्याकुल होइयां, सतगुरु नूं लभ रहे है, विचार रहे भी किधर चले गए। कोई कहता सचखंड गमन कर गए, कोई कहता विदेशों में सिक्खी का प्रचार महाराज गुरु नानक साहब हम करने लई चले गए। कोई कहता गुरु अंगद साहब जी जिमें खडूर साहब विखे बाहर बाहर लोग हो गए शन विच बह गए, उही किते बैठे होणगे। जिवें किसी के मन विच विचार आउंदी है उस तरह वो कह कहारे
पर बाबा बुढ़ा ਸਾਹਿਬ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਵਰ ਰੂਪ ਬਚਨ ਹੋਇਆ ਸੀ ਤੇ ਇੱਥੋਂ ਸਾਡਾ ਸਰੂਪ ਅਲੋਪ ਨਹੀਂ ਰਹੇਗਾ। ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਅੰਗਦ ਸਾਹਿਬ ਜੀ ਨੇ ਦਰਸ਼ਨ ਬਖਸ਼ੇ, ਦੱਸ ਦਿੱਤਾ ਵੀ ਉਹ ਤਾਂ ਹੁਣ ਸਾਡਾ ਸਰੂਪ ਜਿਹੜਾ ਦੂਸਰਾ ਉਹ ਬਾਸਰ ਕਹਿੰਦੇ ਕਿ ਸਮਾਧੀ ਲਈ ਬੈਠਾ ਹੈ, ਉੱਥੇ ਪਹੁੰਚੋ, ਦਰਸ਼ਨ ਕਰੋ। ਉਹਨਾਂ ਨੂੰ ਇੱਥੇ ਸ੍ਰੀ ਗੋਇੰਦਵਾਲ ਸਾਹਿਬ ਬੇਨਤੀ ਕਰਕੇ ਲੈ ਆਓ। ਬਾਬਾ ਬੁੱਢਾ ਸਾਹਿਬ ਜੀ ਨੇ ਸਾਡੀ ਕੋਈ ਸ਼ਕਤੀ ਨੂੰ, ਰਿੱਧੀ ਸਿੱਧੀ ਨੂੰ ਨਾ ਜਾਣ ਲਿਆ, ਤਰਜਾਮਤਾ ਨੂੰ ਨਾ ਸਮਝ ਲਏ। ਉਹ ਜਿਨ ਹਰ ਪਾਇਓ ਤਿਨਾ ਛਪਾਇਓ, ਜੋ ਪਰਮੇਸ਼ਰ ਗੁਰੂ ਦੀ ਪ੍ਰਾਪਤੀ ਕਰ ਲੈਂਦਾ ਹੈ, ਗੁਰੂ ਆਪਣੇ ਆਪ ਨੂੰ ਇਸ ਪਾਸੇ ਤੋਂ ਕੋਈ ਢੰਗ ਤਰੀਕਾ ਕਰਕੇ, ਇਹੋ ਜਿਹਾ ਸੁਭਾਅ ਕਰਕੇ ਲੋਕ ਕਰਨਾ ਸ਼ੁਰੂ ਕਰ ਦਿੰਦਾ ਹੈ। ਸੋ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਜੋ ਆਪਣੇ ਆਪ ਨੂੰ ਛਕਾਉਣ ਵਾਸਤੇ ਕਿਹਾ ਵੀ ਗੁਰੂ ਅਮਰਦਾਸ ਸਾਹਿਬ ਜੀ ਦੀ ਜਿਹੜੀ ਸਵਾਰੀ ਵਾਲੀ ਘੋੜੀ ਹੈ, ਜੋ ਬ੍ਰਹਮ ਵੇਤੇ ਤਤ ਵੇਤੇ ਪਰਮਹੰਸ ਭਾਈ ਪਾਰੋ ਜੀ ਨੇ ਬੇਨਤੀ ਕਰਕੇ ਮਹਾਰਾਜ ਨੂੰ ਭੇਟਾ ਕੀਤੀ ਹੈ, ਉਹਨੂੰ ਸ਼ਿੰਗਾਰੋ, ਉਹ ਆਪਣੇ ਮਾਲਕ ਨੂੰ ਆਪੇ ਲੱਭ ਲਏਗੀ। ਸੋ ਇਸ ਤਰ੍ਹਾਂ ਕੀਤਾ, ਕਤਰਿਆ ਗਿਆ, ਘੋੜੀ ਨੂੰ ਅੱਗੇ ਲਾਇਆ, ਆਪ ਪਿੱਛੇ ਪਿੱਛੇ ਚਲੇ, ਬਾਸਰ ਕੇ ਨਗਰਾ ਪਹੁੰਚੇ, ਜਿੱਥੇ ਖੇਤਾਂ ਵਿੱਚ ਮਹਾਰਾਜ ਬਾਰ-ਬਾਰ ਆਪਣੇ ਮਕਾਨ ਵਿੱਚ ਅਲੋਪ ਹੋਏ ਬੈਠੇ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਦਰਵਾਜ਼ਾ ਚੁਣਿਆ, ਉਹਦੇ 'ਤੇ ਕੁਝ ਅੱਖਰ ਲਿਖੇ ਹੈ, ਗੁਰੂ ਕੀ ਸਿੱਖ ਸੰਗਤਾਂ ਨੂੰ ਸੱਦਿਆ ਵੀ ਆਓ ਦੇਖੋ ਆਹ ਕੁਛ ਲਿਖਿਆ ਹੈ। ਕੀ ਲਿਖਿਆ ਪੜ੍ਹ ਕੇ ਸੁਣਾਇਆ ਵੀ ਜਿਹੜਾ ਇਹ ਦਰਵਾਜ਼ਾ ਚੁਣਿਆ ਹੈ ਇਹਨੂੰ ਖੋਲ੍ਹੇਗਾ ਉਹ ਸਾਡਾ ਸਿੱਖ ਨਹੀਂ ਹੋਏਗਾ, ਅਸੀਂ ਉਹਦੇ ਗੁਰੂ ਨਹੀਂ ਹੋਵਾਂਗੇ। ਐਸਾ ਕੁਝ ਦੇ ਕੇ ਸੰਗਤਾਂ ਚਾਰੀ ਹੋ ਗਿਆ ਵੀ ਹੁਣ ਕੀ ਕੀਤਾ ਜਾਏ। ਇਹ ਖੋਲ੍ਹਦੇ ਹੈ ਤੇ ਮਹਾਰਾਜ ਕਹਿੰਦੇ ਅਸੀਂ ਉਹਦੇ ਗੁਰੂ ਨਹੀਂ ਹੋ, ਸਾਡਾ ਸਿੱਖ ਨਹੀਂ ਹੋਊਗਾ। ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਵੀ ਮਹਾਰਾਜ ਦੇ ਬਚਨ ਦਰਵਾਜ਼ੇ ਤੱਕ ਹੈ, ਇਹ ਆਪਾਂ ਪਿਛਲੀ ਤਰਫ ਪਾੜ ਲੈ ਲੈਂਦੇ, ਸੰਨ ਲਾ ਲੈਂਦੇ ਹਾਂ, ਤੇ ਖੇਤ ਵਿੱਚ ਗਏ ਸੰਨੀ ਸੰਨੀ ਕਹੀ ਪਈ ਸੀ, ਉਹ ਵਾਰੀ ਪਾੜ ਲਾ ਲਿਆ, ਸੰਨ ਲਾ ਲਿਆ ਹੈ। ਅੰਦਰ ਜਾ ਬੈਠੇ ਸਮਾਧੀ ਵਿੱਚ ਗੁਰੂ ਅਮਰਦਾਸ ਸਾਹਿਬ ਮਹਾਰਾਜ ਲੀਨ ਹੈ, ਚਰਨ ਛੋਹੇ ਹਨ। ਅੰਤਰਜਾਮੀ ਸਤਿਗੁਰੂ ਜਾਣਦੇ ਹੀ ਸਨ ਵੀ ਉਹ ਆ ਗਏ ਹਨ। ਗੁਰੂ ਨਾਨਕ ਸਾਹਿਬ ਜੀ ਦੇ ਮਹਾਨ ਸਿੱਖ ਸੇਵਕ ਸਮਾਧੀ ਤੋਂ ਵਿਰਾਮ ਹੋ ਗਏ। ਗੁਰੂ ਕਹਿਣ ਲੱਗੇ ਵੀ ਉਹ ਜਿਹੜੇ ਸਾਡੇ ਆ ਬਚਨ ਲਿਖੇ ਸੀ ਉਹ ਕਦੇ ਮਹਾਰਾਜ ਨੂੰ ਤਾਂ ਹੱਥ ਨਹੀਂ ਲਾਇਆ ਹੈ, ਆ ਪਿਛਲੀ ਤਰਫ ਸੰਨ ਲਾ ਲਿਆ ਹੈ। ਸੰਗਤਾਂ ਵਿਆਕਲ ਹੈ ਮਹਾਰਾਜ। ਗੁਰੂ ਅੰਗਦ ਸਾਹਿਬ ਜੀ ਆਪ ਜੀ ਨੂੰ ਜੋ ਕੁਝ ਕਹਿ ਕੇ ਗਏ ਸੀ ਉਹ ਕੁਝ ਕਰੋ ਕਰਾਓ। ਸੰਗਤਾਂ ਨੂੰ ਆਪ ਜੀ ਦੇ ਲੜ ਲਾ ਕੇ ਗਏ, ਕਿਹਾ ਵੀ ਸਿੱਖੀ ਦਾ ਪ੍ਰਚਾਰ ਕਰਨਾ ਤੁਸੀਂ। ਸੋ ਇਸ ਤਰ੍ਹਾਂ ਬੇਨਤੀਆਂ ਕਰਕੇ ਦਰਸ਼ਨ ਕਰਕੇ ਫਿਰ ਗੁਰੂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਪ ਜੀ ਨੂੰ ਲੈ ਆਏ। ਇੱਥੇ ਆ ਕੇ ਜਿਵੇਂ ਗੁਰੂ ਕੀ ਸਿੱਖ ਸੰਗਤਾਂ ਨਾਲ ਮਿਲ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਪਰਮੇਸ਼ਰ ਰੂਪ ਜਾਣ ਕੇ ਮਹਾਨ ਉਸਤਤੀ ਕੀਤੀ ਕਿ ਕਲਯੁਗ ਦੇ ਲੋਕਾਂ ਨੂੰ ਤਾਰਨ ਵਾਸਤੇ ਆਪ ਜੀ ਨੇ ਮਹਾਰਾ ਪਰਮੇਸ਼ਰ ਰੂਪ ਗੁਰੂ ਅਮਰਦਾਸ ਸਾਹਿਬ ਜੀ ਮਨੁੱਖਾ ਸਰੀਰ ਧਾਰਨ ਕੀਤਾ ਹੈ। ਹਰ ਸਿੱਖਾਂ ਦੇ ਹਿਤਕਾਰੀ ਹੋ, ਸੰਸਾਰ ਦੇ ਵਪਾਰੀ ਪ੍ਰੇਮੀ ਪਿਆਰੇ ਹੋ। ਆਪ ਜੀ ਨੇ ਮਹਾਰਾਜ ਬੜੀ ਭਗਤੀ ਫੈਲਾਈ ਹੈ। ਜਾਂ ਹੁਣ ਭਗਤੀ ਫੈਲਾਉਣ ਲਈ ਟਿਕੋ ਸੰਗਤ ਵਿੱਚ, ਦਾਸਾਂ ਨੂੰ ਸੁੱਖਾਂ ਦੇ ਦਾਤਾ ਹੋ, ਫਲ ਪ੍ਰਦਾਤੇ ਹੋ, ਅਨਪੈ ਗਿਆਨ ਸਰੂਪ ਦੇ ਵਿੱਚ ਆਪ ਹਮੇਸ਼ਾ ਟਿਕੇ ਹੋਏ ਹੋ। ਜੈ ਹੋਵੇ ਗੁਰਦੇਵ ਆਪ ਜੀ ਦੀ ਜੈ ਦੇਵ ਲੱਖ ਭੇਵ ਹੋ। ਦੇਵਤੇ ਮਨੁੱਖ ਸੇਵਾ ਕਰਦੇ ਹੋਰ
ਹਰੇ ਵਿਸ਼ਨੂੰ ਆਦਿਕ ਦੇਵਤੇ ਵੀ ਆਪ ਜੀ ਦੀ ਸੇਵਾ ਵਿੱਚ ਹੈ। ਜਿਤਾ ਦੇ ਕਿਉਂ ਅਸਤੋਤਰ ਕੀਤਾ ਹੈ, ਮਹਿਮਾ ਕੀਤੀ ਹੈ। ਇਹ ਗੁਰੂ ਅਮਰਦਾਸ ਸਾਹਿਬ ਜੀ ਦੀ ਜੈ ਹੋਵੇ, ਫਤਿਹ ਹੋਵੇ। ਸਾਰੇ ਦੇਵਤਿਆਂ ਦੇ ਵੀ ਮਾਲਕ ਹੋ, ਹਮਾਸ਼ਾ ਆਪ ਜਨਮਾਂ ਅਮਰ ਤੇ ਸਦਾ ਰਹਿਣ ਵਾਲੇ ਹੋ। ਆਪ ਜੀ ਦਾ ਮਹਾਰਾਜ ਸਾਨੂੰ ਸਾਰਿਆਂ ਸਿੱਖਾਂ ਨੂੰ ਸਹਾਰਾ ਹੈ, ਪਰਨਾ ਹੈ। ਇਹ ਅਵਸਥੀ ਕਰਕੇ ਜਿਵੇਂ ਮਹਾਰਾਜ ਨੂੰ ਕੁਝ ਬੇਨਤੀਆਂ ਕੀਤੀਆਂ ਬਾਬਾ ਬੁੱਢਾ ਸਾਹਿਬ ਜੀ ਨੇ, ਜੋ ਬੇਨਤੀਆਂ ਨੂੰ ਪ੍ਰਵਾਨ ਕਰਦੇ ਹੋਏ ਗੁਰੂ ਅਮਰਦਾਸ ਸਾਹਿਬ ਮਹਾਰਾਜ ਫਿਰ ਗੁਰੂ ਕੇ ਤਖਤ ਪਰ ਸਵਾਇਮਾਨ ਹੋ ਕੇ ਸਿੱਖੀ ਦਾ ਪ੍ਰਚਾਰ ਕਰਨ ਲੱਗ ਪਏ। ਜਿਵੇਂ ਪ੍ਰਸੰਗ ਆਉਂਦਾ ਸੀ ਮਨ ਲਾ ਕੇ ਸੁਣੀਏ ਜੀ। ਪਾਦੜੀ ਛੰਦ ਇਸ ਭਾਂਤ ਸਿੱਖਿਆ ਸਭ ਸਤਿ ਕੀਨ। ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਨਾਲ ਮਿਲ ਜੁੜ ਕੇ ਸਾਰੇ ਗੁਰਸਿੱਖਾਂ ਨੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਸੋਹਣੇ ਢੰਗ ਨਾਲ ਉਸਦੀ ਵਡਿਆਈ ਕੀਤੀ ਹੈ। ਇਮ ਦੇਹੁ ਦਰਸ ਹਮ ਕੋ ਪ੍ਰਬੀਨ। ਇਹ ਸਿਆਣੇ ਸਤਿਗੁਰੂ ਵਚਨ ਕਰਨ ਵਿੱਚ ਬੜੇ ਸਤਰ, ਜਿਵੇਂ ਗੁਰੂ ਅੰਗਦ ਸਾਹਿਬ ਦਰਸ਼ਨ ਦਿਦਾਰ ਦਿੰਦੇ ਰਹੇ, ਉਪਦੇਸ਼ ਦਿੰਦੇ ਰਹੇ, ਇਸੇ ਤਰ੍ਹਾਂ ਮਹਾਰਾਜ ਤੁਸੀਂ ਦਰਸ਼ਨ ਦੇਵੋ, ਨਾਲੇ ਸਭ ਉਪਦੇਸ਼ ਦੇਵੋ ਜੀ। ਦਾਸਨ ਮਝਾਰ ਬੈਠਹੁ ਸਦੀਵ। ਇਸ ਤਰ੍ਹਾਂ ਮਹਾਰਾਜ ਗੁਰੂ ਅੰਗਦ ਸਾਹਿਬ ਸਿੱਖ ਸੰਗਤਾਂ ਵਿੱਚ ਬੈਠਦੇ ਸਨ, ਉਪਦੇਸ਼ ਦਿੰਦੇ। ਇਸੇ ਤਰ੍ਹਾਂ ਮਹਾਰਾਜ ਗੁਰਸਿੱਖ ਸੰਗਤਾਂ ਵਿੱਚ ਹਮੇਸ਼ਾ ਬੈਠਿਆ ਕਰੋ। ਸਭ ਕੋ ਅਲੰਬ ਅਬ ਆਪ ਥੀਵ। ਆਪ ਜਿਨੇ ਗੁਰੂ ਨਾਨਕ ਸਾਹਿਬ ਦੇ ਸਿੱਖ ਸੇਵਕ ਉਹਨਾਂ ਦੇ ਆਸਰਾ ਰੂਪ ਹੋ। ਸ੍ਰੀ ਨਾਨਕ ਅੰਗਦ ਰੂਪ ਦੋਏ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੂਸਰਾ ਸਰੂਪ, ਗੁਰੂ ਅੰਗਦ ਸਾਹਿਬ ਸਰੂਪ। ਨਿਜ ਲੋਕ ਗਮਨ ਬੈਕੁੰਠ ਸੋਏ। ਉਹਨਾਂ ਦਾ ਤਾਂ ਆਪਣਾ ਮਾਰਾ ਹੁਣ ਬੈਕੁੰਠ ਲੋਕ ਨੂੰ ਗਮਨ ਹੋ ਗਿਆ, ਉਹ ਤਾਂ ਸੱਚਖੰਡ ਚਲੇ ਗਏ ਦੋਵੇਂ। ਗੁਰ ਭਏ ਆਪ ਤਿਨ ਕੇ ਸਥਾਨ। ਦੋਹਾਂ ਦੇ ਸਥਾਨ ਦੇ ਉੱਪਰ ਆਪ ਮਾਰਾ ਗੁਰੂ ਸਰੂਪ ਹੋ ਗਏ ਹੋ। ਦੇਹੁ ਨਾਮ ਦਾਨ ਤਾਰ ਹੋ ਜਹਾਨ। ਉਹਨਾਂ ਵਾਂਗ ਮਾਰਾ ਨਾਮ ਦਾਨ ਦੇ ਕੇ ਸੰਸਾਰ ਦੇ ਜੀਵਾਂ ਨੂੰ ਤਾਰੋ ਜੀ। ਸੁਨ ਬਿਨੈ ਸਬਨ ਤੇ ਉਚਿਤ ਜੋਏ। ਸਾਰਿਆਂ ਗੁਰਸਿੱਖਾਂ ਤੇ ਬੇਨਤੀ ਸੁਣ ਕੇ ਤਿਸ ਨੂੰ ਜੋਗ ਵੇਖ ਕੇ ਮੁਖ ਭਨਿਓ ਭਲੇ ਇਹ ਰੀਤ ਹੋਏ। ਬਚਨ ਕਿਹਾ ਵੀ ਚੰਗਾ ਵੀ ਚੰਗੀ ਤਰ੍ਹਾਂ ਇਹ ਰੀਤੀ ਮਰਜ਼ਾਦਾ ਹੁਣ ਅੱਗੇ ਤੋਂ ਹੋਇਆ ਕਰੇਗੀ। ਸਿੱਖਿਅਨ ਮਝਾਰ ਹਮਰੋ ਨਿਵਾਸ। ਨਿਮਰਤਾ ਨਾਲ ਕਿਹਾ ਵੀ ਅਸੀਂ ਕਿਧਰ ਜਾਣਾ ਹੈ, ਗੁਰੂ ਨਾਨਕ ਦੇ ਸਿੱਖ ਸੇਵਕਾਂ ਵਿੱਚ ਹੀ ਸਾਡਾ ਨਿਵਾਸ ਹੈ। ਚਿਤ ਚਾਹਤ ਸਦਾ ਪੂਰਹੁ ਸੋ ਆਸ। ਸਮਰਾਟਾ ਚਿਤ ਚਾਹੁੰਦਾ ਵੀ ਗੁਰਸਿੱਖਾਂ ਦੀ ਅਸੀਂ ਆਸਾਂ ਪੂਰੀਆਂ ਕਰੀਏ, ਜੋ ਸਿੱਖ ਕਹਿਣ ਅਸੀਂ ਇਸ ਤਰ੍ਹਾਂ ਅਸੀਂ ਕਰੀਏ ਕਰਾਈਏ। ਘਰ ਬਚ ਬਿਲਾਸ ਬਹੁ ਵਿਦ ਪ੍ਰਕਾਰ। ਬੜੇ ਬਿਲਾਸਮਈ ਆਨੰਦਮਈ ਬਚਨ ਬਹੁਤ ਤਰ੍ਹਾਂ ਦੇ ਕਰ ਕਰਾ ਕੇ। ਦੇ ਧੀਰ ਸਿਖਨ ਗੁਰ ਦਿਆਰ। ਦਿਆਲੂ ਕਿਰਪਾਲੂ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਗੁਰਸਿੱਖਾਂ ਨੂੰ ਧੀਰਜ ਹੌਸਲਾ ਦਿੱਤਾ ਹੈ। ਇਮ ਨਿਤ ਹੈ ਪ੍ਰਤ ਦਰਸ਼ਨ ਦੇਤ। ਕਵੀ ਜੀ ਕਹਿੰਦੇ ਐ ਸਰੋਤਾ ਜਨੋ ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਹਮੇਸ਼ਾ ਗੁਰਸਿੱਖਾਂ ਨੂੰ ਫਿਰ ਦਰਸ਼ਨ ਦਿੰਦੇ। ਸੁਨ ਆਹੇ ਸੰਗਤਾਂ ਬਹੁ ਨਿਕੇਤ। ਗੁਰੂ ਅਮਰਦਾਸ ਸਾਹਿਬ ਜੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੁਣ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਸਥਾਨ ਤੇ ਮਾਨ ਹੋ ਗਏ। ਸੁਣ ਸੁਣ ਕੇ ਸੰਗਤਾਂ ਬਹੁ ਗਿਣਤੀ ਵਿੱਚ ਘਰੋਂ ਤੋਂ ਆਉਂਦੀਆਂ ਹਨ। ਦੋਹਰਾ ਤੇ ਪਾਛੈ ਸ੍ਰੀ ਸਤਿਗੁਰੂ। ਉਸ ਤੋਂ ਬਾਅਦ ਵਿੱਚ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਕੀਨੋ ਜਸ ਵਿਵਹਾਰ। ਇਸ ਤਰ੍ਹਾਂ ਆਪਣਾ ਹਰ ਰੋਜ਼
ਦਾ ਜਿਹੜਾ ਵਿਵਹਾਰ ਕਰਨਾ ਸ਼ੁਰੂ ਕੀਤਾ, ਰੋਜ਼ ਉਹ ਕਰਤੱਵ ਜੋ ਨਿਤਨੇਮ ਕਰਦੇ। ਪ੍ਰੇਮ ਹਰੀ ਸੁਨ ਪ੍ਰੇਮ ਸੁਨ, ਇਹ ਵੀ ਪ੍ਰੇਮ ਹਰੀ ਪ੍ਰੇਮ ਸਿੰਘ ਸਰੋਤਿਓ, ਪ੍ਰੇਮ ਨਾਲ ਤੂੰ ਸੁਣ ਲੈ ਮੇਰੇ ਪਾਸੋਂ। ਗੁਰ ਕਾ ਨਿਤ ਅਚਾਰ, ਗੁਰੂ ਅਮਰਦਾਸ ਸਾਹਿਬ ਦਾ ਹਮੇਸ਼ਾ ਦਾ ਆਚਾਰ ਸੀ, ਕਰਤਾਵ ਸੀ, ਹਮੇਸ਼ਾ ਦਾ ਨਿਤਨੇਮ ਸੀ। ਨਿਸ਼ਾਨੀ ਛੰਦ ਡੇਢ ਜਾਮ ਨਿਸਕੇ ਰਹੈ, ਜਦੋਂ ਡੇਢ ਕੁ ਪੈਰ ਰਾਤ ਬਾਕੀ ਰਹਿ ਜਾਂਦੀ ਹੈ, ਹੋਏ ਅੰਮ੍ਰਿਤ ਵੇਲਾ, ਉਹ ਅੰਮ੍ਰਿਤ ਵੇਲਾ ਹੋ ਜਾਂਦਾ ਹੈ। ਤਬ ਜਾਗੈ ਸ੍ਰੀ ਸਤਿਗੁਰੂ, ਜਦੋਂ ਗੁਰੂ ਅਮਰਦਾਸ ਸਾਹਿਬ ਜੀ ਇਸ ਤਰ੍ਹਾਂ ਜਾਗ ਪੈਂਦੇ, ਲੱਖ ਭਜਨ ਸੁਹੇਲਾ, ਸੁਖ ਦੇਣ ਵਾਲਾ ਜਿਹੜਾ ਭਜਨ ਸਿਮਰਨ ਕਰਨ ਦਾ ਸਮਾਂ ਜਾਣ ਕੇ, ਪੱਲੂ ਸੇਵਕ ਰਹੇ ਟਿਕ, ਬੱਲੋ ਨਾਮ ਦਾ ਜਿਹੜਾ ਸੇਵਕ ਹੈ, ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਰਹਿੰਦਾ ਹੈ। ਜਲ ਕੋ ਉੱਠ ਜਾਵੇ, ਉਹ ਆਪ ਜੀ ਦੇ ਇਸ਼ਨਾਨ ਕਰਨ ਲਈ ਬਿਆਸਾ ਨਦੀ ਉੱਪਰ ਜਲ ਲੈਣ ਲਈ ਉੱਠ ਕੇ ਚਲਾ ਜਾਂਦਾ ਹੈ। ਸਲਤਾ ਤੇ ਭਰ ਕਲਸ ਕੋ, ਬਿਆਸਾ ਨਦੀ ਤੇ ਜਾਂਦਾ, ਉੱਥੋਂ ਘੜਾ ਭਰ ਕੇ ਮੱਜਨ ਕਰਵਾਵੇ, ਜਾ ਕੇ ਉਹ ਜਲ ਨਾਲ ਸਤਿਗੁਰੂ ਦਾ ਇਸ਼ਨਾਨ ਕਰਵਾਉਂਦਾ ਹੈ। ਪੁਨ ਹੈ ਪਹਿਰ ਸਭ ਬਸਨ ਕੋ, ਗੁਰੂ ਮਹਾਰਾਜ ਇਸ਼ਨਾਨ ਕਰਕੇ ਬਾਅਦ ਵਿੱਚ ਸਾਰੇ ਸਵੱਛ ਬਸਤਰ ਪਹਿਨ ਲੈਂਦੇ ਹੈ। ਜਿਨ ਨਾਮ ਭਲੇਰਾ, ਇਸ ਗੁਰੂ ਅਮਰਦਾਸ ਸਾਹਿਬ ਦਾ ਨਾਮ ਹੀ ਬੜਾ ਚੰਗਾ ਹੈ, ਵੀ ਅਮਰ ਕਰਨ ਵਾਲੇ ਹੈ। ਬਹੁਰ ਸਿੰਘਾਸਨ ਪਰ ਥਿਰ ਹੈ, ਵੈਸੇ ਗੁਰੂ ਅਮਰਦਾਸ ਸਾਹਿਬ ਜੀ ਬਸਤਰ ਪਹਿਨ ਕੇ ਫਿਰ ਗੁਰਤਾ ਗੱਦੀ ਦੇ ਸਿੰਘਾਸਨ ਉੱਪਰ ਬੈਠ ਜਾਂਦੇ। ਇਕ ਮਨ ਤਿਸ ਬੇਰਾ, ਆਪ ਜੀ ਦਾ ਜਿਹੜਾ ਮਨ ਹੈ ਉਹ ਕਾਗਰ ਹੋ ਜਾਂਦਾ ਹੈ। ਨਿਜਾਨੰਦ ਮਹਿਲੀਨ ਹੋਏ, ਆਪਣਾ ਜਿਹੜਾ ਸੱਚਤ ਅਨੰਦ ਸਰੂਪ ਉਹਦੇ ਵਿੱਚ ਲੀਨ ਹੋ ਜਾਂਦੇ, ਸਮਾ ਜਾਂਦੇ ਹੈ। ਲਗ ਸਹਿਜ ਸਮਾਧਾ, ਇਸ ਤਰ੍ਹਾਂ ਸੁਤੇ ਸੇਧੀ ਸਮਾਧੀ ਲੱਗ ਜਾਂਦੀ ਹੈ, ਜੁੜ ਜਾਂਦੀ ਹੈ। ਜੋਗੀ ਸਿਵ ਬ੍ਰਹਮਾਦ ਸਭ, ਹਾਂ, ਯੋਗ ਕਰਨ ਵਾਲਾ ਜੋਗੀ ਸ਼ਿਵ ਜੀ, ਬ੍ਰਹਮਾ ਵਿਸ਼ਨੂੰ ਆਲਿਕ ਸਾਰੇ, ਜਿਸ ਕਰ ਹੈ ਅਰਾਧਾ, ਜਿਸ ਸਰੂਪ ਦੀ ਆਰਾਧਨਾ ਕਰਦੇ ਉਸ ਦੇ ਵਿੱਚ ਜੁੜਦੇ ਆਪ ਜੀ। ਪ੍ਰਾਤ ਹੋਤ ਲਗ ਇਸੀ ਬਿਦ, ਫੇਰ ਹੋਣ ਤੱਕ ਇਸੇ ਢੰਗ ਤਰੀਕੇ ਨਾਲ ਇਸ ਸਥਿਰਤਾ ਪਾਵੈ, ਮਹਾਰਾਜ ਇਸ ਤਰ੍ਹਾਂ ਸਰੂਪ ਦੇ ਵਿੱਚ ਹੀ ਇਸਤਰੀ ਪਾਉਂਦੇ ਹੈ, ਸਰੂਪ ਵਿੱਚ ਹੀ ਸਮਾਧੀ ਲੈ ਕੇ ਟਿਕਦੇ ਹੈ। ਬਹੁਰ ਰਬਾਬੀ ਆਏ ਕਰ, ਫਿਰ ਜਿਹੜੇ ਰਵਾਬੀ ਹੈ ਕੀਰਤਨੀਏ ਆ ਜਾਂਦੇ ਹਨ। ਗੁਰ ਸ਼ਬਦ ਸੁਗਾਵੈ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਸ਼ਬਦ ਹੈ, ਉਹਨਾਂ ਦਾ ਕੀਰਤਨ ਗਾਉਂਦੇ ਹਨ। ਅਨਕ ਰੀਤ ਕੇ ਰਾਗ ਸੋ, ਅਨੇਕਾਂ ਰੀਤਾਂ ਦੇ ਨਾਲ ਰਾਗਾਂ ਦੇ ਵਿੱਚ ਸੁਨ ਆਨੰਦ ਬਿਲੰਦੇ, ਜਿਹੜੇ ਗੁਰਸਿੱਖ ਸੁਣ ਕੇ ਬੜੇ ਭਾਰੀ ਆਨੰਦ ਖੁਸ਼ ਹੁੰਦੇ ਹਨ। ਮਨ ਹੋ ਮਦਰ ਧੁਨ ਗਰਜਤੇ, ਮਨੋਂ ਮਿੱਠੀ ਮਿੱਠੀ ਆਵਾਜ਼ ਨਾਲ ਬੱਦਲੀ ਗਾਈਦੇ, ਇਸ ਤਰ੍ਹਾਂ ਕੀਰਤਨ ਹੁੰਦਾ ਹੈ। ਜੋ ਮੋਰ ਸੁਹੰਦੇ, ਜਿਵੇਂ ਜਿਵੇਂ ਮੋਰ ਸੋਭਨੀਕ ਹੁੰਦੇ ਹੈ, ਉਹ ਪਹਿਲਾਂ ਪਾਉਂਦੇ ਖੁਸ਼ ਹੁੰਦੇ ਹੋ। ਗੁਰੂ ਕੇ ਸਿੱਖ ਕੀਰਤਨ ਸੁਣ ਕੇ, ਗੱਲ ਸੁਣ ਕੇ ਮੋਰਾ ਵਾਂਗੂ ਖੁਸ਼ ਹੁੰਦੇ ਹਨ। ਲੀਨ ਸਿੱਖਨ ਮਨ ਗੁਰ ਚਰਨ, ਆ ਸਿੱਖਾਂ ਦਾ ਕੀਰਤਨ ਸੁਣਦਿਆਂ ਸੁਣਦਿਆਂ ਜਿਹੜਾ ਮਨ ਹੈ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ। ਅਸ ਅੰਮ੍ਰਿਤ ਵੇਲਾ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਕਹਿੰਦੇ ਅੰਮ੍ਰਿਤ ਵੇਲੇ ਹੁੰਦਾ ਸਭ ਕੁਛ। ਅੰਮ੍ਰਿਤ ਵਰਖਤ ਗੁਰ ਨਿਕਟ, ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਇਹ ਜਿਹੜਾ ਗੁਰਬਾਣੀ ਦਾ ਕੀਰਤਨ ਹੁੰਦਾ, ਮਾਨੋ ਅੰਮ੍ਰਿਤ ਦੀ ਬਾਰਿਸ਼ ਹੁੰਦੀ ਹੈ। ਸੁਨ ਹੋਤ ਸੁਹੇਲਾ, ਜਿਹੜਾ ਕੋਈ ਸੁਣਦਾ ਹੈ ਉਹਦਾ ਮਨ ਸੁਖੀ ਹੋ ਜਾਂਦਾ ਹੈ। ਜਿਨ ਕੇ ਸ਼ੁਭ ਵੱਡ ਭਾਗ ਹੈ, ਕਹਿੰਦੇ ਜਿਨ੍ਹਾਂ ਦੇ ਕੋਈ ਚੰਗੇ ਵੱਡੇ ਭਾਗ ਹਨ, ਪਹੁੰਚੈ ਤਿਸ ਕਾਲਾ, ਉਹ ਫਿਰ ਗੁਰਬਾਣੀ ਦਾ ਜਿਹਨੂੰ
ਕੀਰਤਨ ਸ਼ੁਰੂ ਹੋ ਜਾਂਦਾ ਉਹ ਸਵੇਰੇ ਹਜ਼ੂਰੀ ਵਿੱਚ ਹੀ ਆ ਪਹੁੰਚਦੇ ਹੈ। ਜਿਮ ਸਮੁੰਦਰ ਕੀ ਝਾਲ ਤੇ ਇਹ ਸਮੁੰਦਰ ਦੇ ਵਿੱਚੋਂ ਜਦੋਂ ਝਾਲ ਜੀ ਵੱਜਦੀ ਛਲ ਜੀ ਵੱਜਦੀ ਹੈ, ਲਹਿ ਰਤਨ ਵਿਸਾਲਾ ਜਿਹੜੇ ਜੋਰੀਏ ਲੋਕ ਹੈ ਬੜੇ ਭਾਰੀ ਰਤਨ ਲੈ ਲੈਂਦੇ ਉਹਨਾਂ ਨੂੰ ਮਿਲ ਜਾਂਦੇ ਹਨ। ਪਰਮ ਪ੍ਰੇਮ ਉਮਗਤ ਹਿਰਦੈ ਇਸ ਤਰ੍ਹਾਂ ਗੁਰਸਿੱਖਾਂ ਦੇ ਹਿਰਦਿਆਂ ਵਿੱਚ ਕੀਰਤਨ ਸੁਣ ਕੇ ਬੜਾ ਪ੍ਰੇਮ ਪਿਆਰ ਪੈਦਾ ਹੁੰਦਾ, ਉਛਲਦਾ ਪ੍ਰੇਮ ਵੱਧਦਾ ਹੈ। ਸਿਮਰਹਿ ਸਤਿਨਾਮੁ ਇਸ ਪ੍ਰੇਮ ਪਿਆਰ ਵਿੱਚ ਸੱਚਾ ਨਾਮ ਵਾਹਿਗੁਰੂ ਵਾਹਿਗੁਰੂ ਸਿਮਰਦੇ ਆ ਮਨ ਰਾਹੀਂ। ਮਿਥਿਆ ਲਖ ਪ੍ਰਪੰਚ ਕੋ ਸਾਰਾ ਸੰਸਾਰ ਨੂੰ ਨਾਸਵੰਤ ਜਾਣ ਕੇ ਇਕ ਥਲ ਬਿਸਰਾਮੁ ਇੱਕ ਜਿਹੜਾ ਸਥਾਨ ਸਾਧ ਸੰਗਤ ਉਹਦੇ ਵਿੱਚ ਟਿਕਦੇ ਹਨ। ਦਿਵਸ ਚੜੇ ਇਸ ਰੀਤ ਸੋ ਜਦੋਂ ਇਸ ਰੀਤੀ ਨਾਲ ਕੀਰਤਨ ਸੁਣਿਆ ਦਿਨ ਚੜ ਜਾਂਦਾ ਹੋਏ ਆਨੰਦ ਬਿਲਾਸਾ ਭਾਰੀ ਕਹਿੰਦੇ ਆਨੰਦ ਹੁੰਦਾ ਹੈ। ਤਬ ਸਮਈ ਤਬ ਸੰਗਤ ਸਗਰੀ ਮਿਲ ਹੈ। ਜਦੋਂ ਦਿਨ ਚੜ੍ਹਦੇ ਨਾਲ ਸੰਗਤਾਂ ਤੇ ਫਿਰ ਬਹੁਤ ਮਿਲ ਜਾਂਦੀਆਂ, ਬੜੀਆਂ ਇਕੱਠੀਆਂ ਹੋ ਜਾਂਦੀਆਂ ਹਨ। ਹੋਏ ਪਰਮ ਪ੍ਰਕਾਸ਼ਾ ਮਹਾਨ ਪ੍ਰਕਾਸ਼ ਹੋ ਜਾਂਦਾ, ਚਾਨਣ ਹੋ ਜਾਂਦਾ ਹੈ। ਪਰਮੇਸ਼ਰ ਕੀ ਦਿਸ਼ ਹਿਰਦਾ ਸਾਰਿਆਂ ਗੁਰਸਿੱਖਾਂ ਦਾ ਜਿਹੜਾ ਹਿਰਦਾ ਪਰਮੇਸ਼ਰ ਦੀ ਤਰਫ ਹੈ। ਅਬ ਲਾਖਤ ਜੋਈ ਚਾਹਨਾ ਕਰਦਾ ਵੀ ਪਰਮੇਸ਼ਰ ਦੀ ਪ੍ਰਾਪਤੀ ਹੋਏ ਪ੍ਰਸੰਨ ਤਿਸ ਪਰ ਅਦਕ। ਗੁਰੂ ਅਮਰਦਾਸ ਸਾਹਿਬ ਜੀ ਗੁਰਸਿੱਖਾਂ ਦਾ ਹਿਰਦਾ ਵੇਖ ਕੇ ਵੀ ਇਹ ਪਰਮੇਸ਼ਰ ਦੀ ਤਰਫ ਇਹਨਾਂ ਦਾ ਹਿਰਦਾ ਹੈ, ਉਹਨਾਂ ਤੇ ਬਹੁਤੇ ਪ੍ਰਸੰਨ ਹੁੰਦੇ ਆਪ। ਪ੍ਰਭ ਪ੍ਰਾਪਤ ਸੋਈ ਉਹਨਾਂ ਨੂੰ ਮਹਾਰਾਜ ਦੀ ਕਿਰਪਾ ਬਖਸ਼ਿਸ਼ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਸੁਮਗ ਬਤਾਏ ਨਿਹਾਲ ਕਰ ਮਹਾਰਾਜ ਸ੍ਰੇਸ਼ਟ ਭਉ ਭਗਤੀ ਦਾ ਜਿਹੜਾ ਹੈ ਰਸਤਾ ਉਹ ਸਭ ਨੂੰ ਦੱਸ ਕੇ ਫਿਰ ਨਿਹਾਲੋ ਨਿਹਾਲ ਕਰ ਦਿੰਦੇ ਹੈ। ਤਤਕਾਲ ਆਨੰਦੇ ਉਹ ਫਿਰ ਜਦੋਂ ਰਸਤਾ ਦਰਦੇ ਨਿਹਾਲ ਬੜਾ ਛੇਤੀ ਆਨੰਦ ਖੁਸ਼ ਹੋ ਜਾਂਦੇ। ਸਿਮਰਨ ਕੀ ਔਰ ਲਿਵ ਲਗ ਹੈ ਸਿਮਰਨ ਕਰਨ ਦੀ ਹਿਰਦੇ ਵਿੱਚ ਬਿਰਤੀ ਲੱਗ ਜਾਂਦੀ ਹੈ। ਤਨ ਅਹੰ ਨਿਕੰਦੇ ਇਹਦੀ ਜਿਹੜੀ ਹੰਗਤਾ ਹੰਕਾਰ ਨੂੰ ਕੱਟ ਦਿੰਦੇ ਆ ਚੰਗੀ ਤਰ੍ਹਾਂ। ਜੋ ਅਰਥੀਏ ਪਰ ਪਦਾਰ ਸੈਨ ਜੋ ਅਰਥੀਨ ਪਦਾਰਥ ਹਨ, ਜਿਹੜੇ ਕੋਈ ਪਦਾਰਥਾਂ ਦੇ ਚਾਹਵੰਦ ਹਨ, ਲੋੜਵੰਦ ਹਨ, ਦਰਸ਼ਨ ਕੋ ਆਵੇ ਉਹ ਵੀ ਭਾਵੇਂ ਮਹਾਰਾਜ ਦੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਦਰਾਰ ਕਰਨ ਲਈ ਚੱਲ ਕੇ ਆਉਂਦੇ ਹਨ। ਜਾਨ ਬਿਰਦ ਨਿਜ ਦੇਤ ਹੈ ਗੁਰੂ ਮਹਾਰਾਜ ਦੇ ਘਰ ਦਾ ਵੀ ਇਹ ਬਿਰਦ ਹੈ, ਪੜਨਾ ਵੀ ਜਿਹੜਾ ਪਦਾਰਥਾਂ ਦੀ ਲੋੜ ਕਰਕੇ ਆਵੇ ਉਹਨੂੰ ਵੀ ਦੇਣਾ, ਉਹ ਜਾਣ ਕੇ ਦਿੰਦੇ ਆ ਸਭ ਕੁਛ। ਮਨ ਭਾਵਤ ਪਾਵੇ ਜਿਵੇਂ ਗੁਰਸਿੱਖਾਂ ਦੇ ਮਨ ਨੂੰ ਚੰਗਾ ਲੱਗਦਾ ਉਹ ਪਦਾਰਥ ਪਾਉਂਦੇ ਸਤ। ਇਸ ਪ੍ਰਕਾਰ ਮਧਿਆਨ ਲਓ ਇਸ ਤਰ੍ਹਾਂ ਕਹਿੰਦੇ ਮਹਾਰਾਜ ਬੈਠ ਕੇ ਦੁਪਹਿਰ ਦੇ ਸਮੇਂ ਤੱਕ ਗੁਰ ਘਰ ਦਰਬਾਰ ਗੁਰੂ ਕਾ ਦਰਬਾਰ ਕਹਿੰਦੇ ਲੱਗਣਾ ਕਰਦਾ ਹੈ। ਲੰਗਰ ਹੋਵੇ ਤਿਆਰ ਤਬ ਫਿਰ ਲੰਗਰ ਵਿੱਚ ਜਿਹੜਾ ਪ੍ਰਸ਼ਾਦ ਵਗੈਰਾ ਲੰਗਰ ਵਗੈਰਾ ਤਿਆਰ ਹੋ ਜਾਂਦਾ ਹੈ। ਸਭ ਵਿਦ ਆਹਾਰਾ ਇਸ ਲੰਗਰ ਵਿੱਚ ਸਭ ਤਰ੍ਹਾਂ ਦਾ ਭੋਜਨ ਬਣਦਾ ਹੈ। ਨਿਕਟ ਆਏ ਜਬ ਲਾਂਗਰੀ ਉਹ ਲਾਂਗਰੀ ਸਿੱਖ ਮਹਾਰਾਜ ਦੇ ਹਜ਼ੂਰੀ ਵਿੱਚ ਹੀ ਆ ਜਾਂਦਾ ਹੈ। ਭਾਖਤ ਅਰਦਾਸਾ ਉਹ ਹੱਥ ਜੋੜ ਕੇ ਬੇਨਤੀ ਕਹਿੰਦਾ ਹੈ। ਸੁਣ ਸ੍ਰੀ ਸਤਿਗੁਰ ਤਬ ਉਠ ਹੈ ਮਹਾਰਾਜ ਲਾਂਗਰੀ ਦੀ ਬੇਨਤੀ ਸੁਣ ਕੇ ਸਭਾ ਵਿੱਚੋਂ ਉੱਠ ਖੜਦੇ ਹੈ। ਸੰਗ ਸੰਗਤ ਦਾਸਾ ਸੰਗਤਾਂ ਤੇ ਦਾਸਾਂ ਦੇ ਨਾਲ ਆਸ਼ਰਮ ਵਰਨ ਵਿਚਾਰ ਨਹਿ। ਇਸ ਤਰ੍ਹਾਂ ਵੀ ਇਹ ਕਿਹੜੇ ਸਰਮ ਦਾ ਹੈ, ਬ੍ਰਹਮਚਾਰੀ ਹੈ ਕਿ ਗ੍ਰਸਤੀ ਹੈ ਕਿ ਬਾਨਪ੍ਰਸਤੀ ਹੈ ਕਿ ਸੰਨਿਆਸੀ ਹੈ, ਇਸੇ ਤਰ੍ਹਾਂ ਕਿਹੜੀ ਜਾਤ ਦਾ ਹੈ, ਬ੍ਰਾਹਮਣ ਹੈ ਕਿ ਖੱਤਰੀ ਹੈ ਕਿ ਸ਼ੂਦਰ ਹੈ ਕਿ ਵੈਸ ਹੈ,
ਇਹ ਕਹਿੰਦੇ ਕੋਈ ਵਿਚਾਰ ਨਹੀਂ ਹੈ। ਇਕ ਪੰਗਤ ਬਹਿ ਸਾਰੇ ਕਹਿੰਦੇ ਇੱਕੋ ਪੰਗਤ ਵਿੱਚ ਹੀ ਦੂਰ ਤੱਕ ਬੈਠਦੇ ਸਜਦੇ ਹੈ। ਇਕ ਸਮਰੰਕੁਰ ਰਾਵ ਕੋ ਭਾਵੇਂ ਕੋਈ ਕੰਗਾਲ ਹੈ ਭਾਵੇਂ ਕੋਈ ਰਾਜਾ, ਇੱਕ ਸਮਾਨ ਹੀ ਪੰਗਤ ਵਿੱਚ ਬੈਠਾ ਹੈ। ਆਰੋਸੋ ਦੈ ਹੈ ਸਾਰਿਆਂ ਨੂੰ ਇੱਕੋ ਜਿਹਾ ਜਿਹੜਾ ਭੋਜਨ ਪਰੋਸ ਦਿੰਦੇ ਆ, ਸਾਰਿਆਂ ਦੇ ਅੱਗੇ ਛਕਣ ਲਈ ਇੱਕੋ ਜਿਹਾ ਭੋਜਨ ਰੱਖਦੇ ਆ, ਵਰਤਾਉਂਦੇ ਆ। ਲੌਣ ਬਿਨਾ ਹੋਏ ਓਗਰਾ ਪਰ ਸਤਿਗੁਰੂ ਦੀ ਇਸ ਤਰ੍ਹਾਂ ਕਹਿੰਦੇ ਉਹ ਛਕਣ ਛਕਾਉਣ ਵਾਲਾ ਜਿਹੜਾ ਕੋਈ ਭੋਜਨ ਦਾ ਢੰਗ ਤਰੀਕਾ ਹੈ, ਉਹ ਗੁਰੂ ਕੇ ਲੰਗਰ ਵਾਲਾ ਨਹੀਂ ਹੈ। ਸਗੋਂ ਬਿਲਕੁਲ ਜਿਹੜਾ ਓਗਰਾ ਦਲੀਆ ਜਾਂ ਹਲਕਾ ਹੈ, ਉਹ ਵੀ ਲੋਣ ਤੋਂ ਬਗੈਰ ਸਤਿਗੁਰ ਸੋ ਖਾਵੈ। ਮਹਾਰਾਜ ਸੰਗਤ ਵਿੱਚ ਬੈਠ ਕੇ ਅਲੋਣਾ ਦਲੀਆ ਜਾਂ ਹਲਕਾ ਦਾ ਛਕ ਲੈਂਦੇ। ਅਲਪ ਅਚਹਿ ਰਹਿ ਸ਼ੁਦਾ ਯੁਤ ਉਹ ਵੀ ਦਲੀਆ ਥੋੜਾ ਜਿਹਾ ਰੱਖਦੇ ਛਕਦੇ ਹੈ, ਭੁੱਖ ਦੇ ਸਹਿਤ ਹੀ ਰਹਿੰਦੇ। ਨਹਿ ਜਠਰ ਭਰਾਵੈ ਆਮ ਕੋਈ ਮਨੁੱਖ ਪੇਟ ਭਰਿਓ ਪਸ਼ੂਆ ਜਾਂ ਸੋਏ ਵਾਲੀ ਗੱਲ ਨਹੀਂ ਕਰਦੇ ਹਨ। ਕਹਿੰਦੇ ਬਹੁਤਾ ਪੇਟ ਜਾ ਨਹੀਂ ਭਰਦੇ ਹਨ। ਅਪਰ ਸਰਬ ਹੀ ਸੰਗਤਾ ਹੋਰ ਜਿੰਨੀਆਂ ਗੁਰੂ ਨਾਨਕ ਦੀਆਂ ਸਿੱਖ ਸੰਗਤਾਂ ਹਨ, ਬਹੁ ਸਵਾਦ ਆਹਾਰਾ ਗੁਰੂ ਕੇ ਲੰਗਰ ਵਿੱਚ ਬੜਾ ਸਵਾਦੀ ਭੋਜਨ ਬਣਿਆ ਹੁੰਦਾ ਹੈ। ਭਾਂਤ ਭਾਂਤ ਕੇ ਅਚਤ ਹੈ ਉਹ ਤਰ੍ਹਾਂ ਤਰ੍ਹਾਂ ਦੇ ਭੋਜਨ ਨੂੰ ਛਕਦੀਆਂ ਹਨ। ਸੁਖ ਲਹਿਤ ਉਦਾਰਾ ਬੜਾ ਸ੍ਰੇਸ਼ਟ ਸੁਖ ਲੈਂਦੀਆਂ ਹਨ। ਇਸ ਪ੍ਰਕਾਰ ਪ੍ਰਸਾਦ ਛਕ ਇਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਸਿੱਖ ਸੰਗਤਾਂ ਨਾਲ ਮਿਲ ਕੇ ਭੋਜਨ ਛਕ ਕੇ ਸਭ ਡੇਰਨ ਜਾਵੈ। ਸਾਰੀਆਂ ਸੰਗਤਾਂ ਆਪੋ ਆਪਣੇ ਟਿਕਾਣਿਆਂ ਵਿੱਚ ਚਲੀਆਂ ਜਾਂਦੀਆਂ ਹਨ। ਸਤਿਗੁਰ ਨਿਜ ਪਰ ਅੰਕ ਪਰ ਗੁਰੂ ਮਹਾਰਾਜ ਆਪਣੇ ਪੰਗ ਦੇ ਉੱਪਰ ਵਿਸਰਾਮ ਕਰਾਵੈ। ਕੋਈ ਸਮਾਂ ਲੇਟ ਕੇ ਆਰਾਮ ਕਰਦੇ। ਦਿਨ ਕੇ ਚੌਥੇ ਭਾਗ ਮਹਿ ਦਿਨ ਦਾ ਚੌਥਾ ਪਹਿਰ ਹੋ ਜਾਂਦਾ ਹੈ। ਪੁੰਨ ਬੈਠੈ ਸੁਆਮੀ ਫਿਰ ਗੁਰੂ ਮਹਾਰਾਜ ਸਭਾ ਵਿੱਚ ਆ ਬੈਠਦੇ। ਬ੍ਰਿਜ ਤੇ ਗਾਥਾ ਗੁਰ ਗਿਰਾ ਹਾਂ, ਬਾਬਾ ਬੁੱਢਾ ਸਾਹਿਬ ਤੋਂ ਕਥਾ ਗੁਰੂ ਕੀ ਬਾਣੀ ਸੁਨ ਅੰਤਰ ਜਾਮੀ ਅੰਤਰਜਾਮੀ ਮਹਾਰਾਜ ਸੁਣਦੇ। ਬਹੁਰ ਰਬਾਬੀ ਆਏ ਕਰ ਇਸ ਤਰ੍ਹਾਂ ਕਥਾ ਤੋਂ ਬਾਅਦ ਫਿਰ ਕੀਰਤਨੀ ਆ ਜਾਂਦੇ। ਗੁਰ ਸ਼ਬਦ ਸੁਨਾਵੈ ਗੁਰੂ ਕੇ ਸ਼ਬਦਾਂ ਦਾ ਕੀਰਤਨ ਸੁਣਾਉਂਦੇ। ਦਿਵਸ ਅਥਨ ਕੋ ਸਮੋ ਲਖ ਸੂਰਜ ਇਸ ਤਰ੍ਹਾਂ ਦਿਨ ਦਾ ਛਪਣ ਦਾ ਸਮਾਂ ਜਾਣ ਕੇ ਸੋਦਰ ਕੋ ਲਾਵੈ ਫਿਰ ਸੋਦਰ ਦੀ ਪੌੜੀ ਜਾਓ। ਜਿਹੜਾ ਕਹਿੰਦੇ ਸ਼ਬਦ ਲਾ ਦਿੰਦੇ ਆ, ਸੋਦਰ ਦੀ ਚੌਂਕੀ ਸ਼ੁਰੂ ਕਰ ਦਿੰਦੇ। ਸੋਦਰ ਤੇਰਾ ਕੇ ਹਾਸੋ ਕਰਕੇ ਅਜਿਤ ਵੈ ਸਰਵ ਸੰਭਾਲੇ, ਇਹਦਾ ਕੀਰਤਨ ਸ਼ੁਰੂ ਕਰ ਦਿੰਦੇ। ਕਥਾ ਕੀਰਤਨ ਕਰਤ ਹੀ ਪਹਿਲਾਂ ਪਹਿਰ ਦਿਨ ਰਹਿੰਦਿਆਂ ਕਥਾ, ਫਿਰ ਕੀਰਤਨ ਕਰਦਿਆਂ ਹੋਈਆਂ ਨਿਸ ਜਾਮ ਬਿਤਾਵੈ ਪਹਿਰ ਰਾਤ ਦਾ ਸਮੇਂ ਤੱਕ ਸਮਾਂ ਬਤੀਤ ਕਰਦੇ ਹੈ। 3 ਘੰਟੇ ਰਾਤ ਲੰਘ ਜਾਂਦੀ ਹੈ। ਸਿਮਰਨ ਹੋਏ ਸਤਨਾਮ ਕੋ ਇਸ ਤਰ੍ਹਾਂ ਕਹਿੰਦੇ ਪਹਿਰ ਰਾਤ ਜਾਂਦਿਆਂ ਤੱਕ ਸਤਨਾਮ ਵਾਹਿਗੁਰੂ ਦਾ ਸਿਮਰਨ ਤੇ ਕੀਰਤਨ ਹੁੰਦਾ ਰਹਿੰਦਾ ਹੈ। ਇੱਕ ਚਿਤ ਲਿਵ ਲਾਵੈ ਇੱਕ ਚਿਤ ਹੋ ਕੇ ਮਨ ਦੀ ਬਿਰਤੀ ਲਾ ਕੇ ਕਰਦੇ। ਪੁਨ ਸੁਪਤਨ ਹਿਤ ਸੇਜ ਪਰ ਸੇਜਾ ਉੱਪਰ ਬਰਾਜਣ ਵਾਸਤੇ ਸਤਿਗੁਰੂ ਬਿਰਾਜੈ ਬੈਠ ਜਾਂਦੇ ਐ। ਸਤਿਗੁਰੂ ਬਿਰਾਜ ਜਾਂਦੇ। ਇਸ ਬਿਦ ਕੋ ਵਿਵਹਾਰ ਨਿਤ ਇਸ ਤਰ੍ਹਾਂ ਗੁਰੂ ਅਮਰਦਾਸ ਤੇ ਗੁਰਸਿੱਖ ਸੰਗਤਾਂ ਦਾ ਹਮੇਸ਼ਾ ਦਾ ਵਿਵਹਾਰ ਹੈ, ਹਮੇਸ਼ਾ ਦਾ ਨਿਤਨੇਮ। ਜਿਸ ਭਿਖ ਅਗ ਭਾਜੈ ਜਿਸ ਨਿਯਮ ਨੂੰ ਵਿਵਹਾਰ ਨੂੰ ਵੇਖ ਕੇ ਪਾਪ ਭੱਜੇ ਜਾਂਦੇ ਦੌੜਦੇ ਹਨ। ਅਪਰ ਨੇਮ ਐਸੇ ਕਰਿਓ ਇੱਕ ਹੋਰ ਵੀ ਨੇਮ ਮਹਾਰਾਜ ਨੇ ਇਸ ਤਰ੍ਹਾਂ ਕੀਤਾ ਹੋਇਆ। ਸ੍ਰੀ ਅਮਰ ਸੁਜਾਨਾ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੁਗੜ ਸੁਜਾਨ ਹਨ। ਸੇਤ ਬਸਤਰ ਤਨ ਪਰ ਧਰਹਿ ਸਰੀਰ ਦੇ ਉੱਪਰ ਚਿੱਟੇ ਰੰਗ ਦੇ ਜਿਹੜੇ ਬਸਤਰ ਪਹਿਨਣਾ ਕਰਦੇ। ਨਿਤ ਬਿਮਲ
ਬਹਾਨਾ। ਹਮੇਸ਼ਾ ਉਸ ਕਹਿੰਦੇ ਬਸਤਰ ਨੂੰ ਉਜਲ ਕਰ ਲੈਂਦੇ, ਧੋ ਲੈਂਦੇ। ਅਪਰ ਬਸਤਰ ਨਹਿ ਢਿੱਗ ਰੱਖ ਹੈ। ਹੋਰ ਕੋਈ ਬਸਤਰ ਬਹੁਤੇ ਆਪਣੇ ਕੋਲ ਵਰਦੀਆਂ ਜੀਆਂ ਬਣਾ ਕੇ ਨਹੀਂ ਰੱਖਦੇ। ਜਬ ਦੂਸਰ ਲੇਹੀ ਜਦੋਂ ਦੂਸਰਾ ਲੈਂਦੇ ਕੋਈ ਬਸਤਰ, ਪੂਰਬ ਉੱਪਰ ਹੋਏ ਜੋ ਜਿਹੜਾ ਪਹਿਲਾ ਸਰੀਰ ਦੇ ਉੱਪਰ ਪਹਿਨਿਆ ਹੁੰਦਾ ਹੈ, ਕਿਸ ਰੰਗ ਕਹਿ ਦੇਹੀ। ਉਹ ਕਿਸੇ ਗਰੀਬ ਨੂੰ ਅੱਗੇ ਦੇ ਦਿੰਦੇ ਆ ਵੀ ਤੂੰ ਪਾਲਾ, ਆਪ ਨਵਾਂ ਪਹਿਨ ਲੈਂਦੇ। ਦੁਤੀਏ ਰਹਿ ਨਹਿ ਸਦਨ ਮਹਿ। ਦੂਸਰਾ ਹੋਰ ਕੋਈ ਬਸਤਰ ਘਰ ਵਿੱਚ ਨਹੀਂ ਰਹਿੰਦਾ, ਰੱਖਿਆ ਨਹੀਂ ਹੁੰਦਾ ਹੈ। ਐਸੇ ਕਹਿ ਦੀਨਾ। ਇਸ ਤਰ੍ਹਾਂ ਮਹਾਰਾਜ ਨੇ ਆਪਣੇ ਸਿੱਖ ਸੇਵਕਾਂ ਨੂੰ ਕਹਿ ਦਿੱਤਾ ਵੀ ਸਾਡੇ ਵਾਸਤੇ ਬਹੁਤੇ ਕੋਈ ਬਸਤਰ ਜੇ ਨਹੀਂ ਰੱਖਣੇ ਹਨ। ਖੈਬੇ ਹੇਤ ਜੋ ਅੰਨ ਹੋਏ, ਜਿਹੜਾ ਗੁਰੂ ਕੇ ਲੰਗਰ ਵਿੱਚ ਛਕਣ ਛਕਾਉਣ ਵਾਸਤੇ ਅੰਨ ਵਗੈਰਾ ਹੈ, ਨਿਤ ਆਏ ਨਵੀਨਾ। ਉਹ ਵੀ ਨਵੇਂ ਤੋਂ ਨਵੇਂ ਰੋਜ਼ ਦੀ ਰੋਜ਼ ਆਉਂਦਾ ਹੈ। ਜਿਤਕ ਦੇਗ ਮਹਿ ਲਗਹਿ ਤਬ, ਨਾਕ ਗੁਰੂ ਕੇ ਲੰਗਰ ਵਿੱਚੋਂ ਰਸ ਪਾਣੀ ਲੱਗ ਜਾਂਦਾ ਹੈ, ਸੋ ਸਰਬ ਪਕਾਵੈ। ਉਹਨਾਂ ਕਹਿੰਦੇ ਉਹ ਸਾਰਾ ਪਕਾ ਲੈਂਦੇ। ਸਿੱਖ ਸੰਗਤ ਗਨ ਰੰਕ ਜੇ, ਗੁਰੂ ਕੇ ਸਿੱਖ ਸੇਵਕ ਸੰਗਤਾਂ ਸਮੂਹ ਕਰੀਬ ਲੋਕ ਵੀ ਮਨ ਭਾਵਤ ਖਾਵੈ। ਮਨ ਭਾਉਂਦਾ ਭੋਜਨ ਛਕਦੀਆਂ ਹਨ। ਬਚ ਹੈ ਸੇਖ ਜੋ ਨਹਿ ਰਖੈ, ਜਿਹੜਾ ਲੰਗਰ ਭੋਜਨ ਬਚ ਜਾਂਦਾ ਉਹਨੂੰ ਬਾਕੀ ਰੱਖਦੇ ਨਹੀਂ ਹੈ। ਦੇ ਪਸ ਨੂੰ ਖਵਾਈ, ਉਹ ਕਹਿੰਦੇ ਜਿਹੜੇ ਗੁਰੂ ਘਰ ਦੇ ਵਿੱਚ ਪਸ਼ੂ ਡੰਗਰ ਰੱਖੇ ਹੋਏ ਉਹਨਾਂ ਨੂੰ ਖਵਾ ਦਿੰਦੇ। ਤਿੰਨ ਤੇ ਭੀ ਜੋ ਬਚ ਰਹੈ, ਪਸ਼ੂਆਂ ਡੰਗਰਾਂ ਤੋਂ ਵੀ ਕਹਿੰਦੇ ਕੋਈ ਬਚ ਰਹਿੰਦਾ ਜਾਂ ਭੋਜਨ ਭਰ ਜਾਂਦਾ ਹੈ। ਸਰਤਾ ਪਰਵਾਹੀ, ਉਹ ਵਿਆਸਾ ਨਦੀ ਨਾਲ ਹੀ ਚੱਲਦੀ, ਉਹਦੇ ਵਿੱਚ ਪ੍ਰਵਾਹ ਕਰਦੇ ਜਲ ਜੰਤੂ ਛਕ ਲੈਂਦੇ। ਅਗਲੇ ਦਿਨ ਹਿਤ ਨਹਿ ਰਖੈ, ਯਾਨੀ ਅਗਲੇ ਦਿਨ ਵਾਸਤੇ ਥੋੜਾ ਬਹੁਤਾ ਵੀ ਭੋਜਨ ਉਹ ਸੰਭਾਲ ਕੇ ਨਹੀਂ ਰੱਖਦੇ। ਇੱਕ ਮਨਜ ਆਹਾਰਾ, ਇੱਕ ਮਨੁੱਖ ਦਾ ਵੀ ਭੋਜਨ ਵੀ ਇੱਕ ਪੁਰਸ਼ ਦਾ ਵੀ ਨਹੀਂ, ਬਹੁਤਿਆਂ ਦਾ ਤਾਂ ਕੀ ਰੱਖਣਾ ਹੈ। ਆਏ ਵਹਿਰ ਤੇ ਦੇਗ ਹੋਏ, ਹਾਂ ਬਾਹਰੋਂ ਕਹਿੰਦੇ ਅੰਨ ਆਉਂਦਾ, ਰਸ ਪਾਣੀ ਆਉਂਦਾ, ਉਹਦੇ ਨਾਲ ਲੰਗਰ ਤਿਆਰ ਹੁੰਦਾ ਹੈ। ਇਮ ਨੇਮ ਸੁਧਾਰਾ, ਇਸ ਤਰ੍ਹਾਂ ਮਹਾਰਾਜ ਨੇ ਨਿਯਮ ਧਾਰਿਆ ਕਿ ਗੁਰੂ ਕੇ ਲੰਗਰ ਵਿੱਚ ਉਹਨਾਂ ਕੁ ਰਸ ਪਾਣੀ ਲੈਣਾ ਜਿੰਨਾ ਕੁ ਰੋਜ਼ ਲੰਗਰ ਵਿੱਚ ਵਰਤਦਾ ਹੈ, ਬਾਕੀ ਨਕੂਲ ਕਰਦੇ ਸਨ। ਅਪਰ ਵਾਸਤ ਗਿਣਤੀ ਕਹਾ, ਫਿਰ ਹੋਰ ਚੀਜ਼ਾਂ ਦੀ ਤਾਂ ਗਿਣਤੀ ਕੀ ਹੈ। ਜਲ ਕਲਸਨ ਮਾਹੀ, ਜਿਹੜੇ ਗੁਰੂ ਕੇ ਲੰਗਰਾਂ ਦੇ ਵਿੱਚ ਘੜੇ ਪਏ ਉਹਨਾਂ ਵਿੱਚ ਜਿਹੜਾ ਕੋਈ ਪਾਣੀ ਵਗੈਰਾ ਹੈ, ਸਭ ਗਿਰਾਏ ਉਲਟੇ ਧਰੈ। ਉਹ ਪਾਣੀ ਡੋਲ ਕੇ ਉਹਨਾਂ ਨੂੰ ਮੂਧੇ ਕਰ ਦਿੰਦੇ ਹਨ। ਰਾਖੈ ਕੁਛ ਨਾਹੀ, ਕਿ ਪਾਣੀ ਵੀ ਘੜਿਆਂ ਵਿੱਚ ਨਹੀਂ ਰੱਖਦੇ। ਇੰਨਾ ਬਰਕਤ ਪੁਣਾ ਹੈ, ਤੀਤ ਪੁਣਾ ਹੈ, ਸੰਕੋਚ ਹੈ। ਜੋ ਅਰਪਤ ਹੈ ਆਨ ਕਰ, ਜਿਹੜਾ ਕੋਈ ਲਿਆ ਕੇ ਭੇਟਾ ਕਰ ਦਿੰਦਾ ਹੈ। ਬਹੁ ਬਿਨ ਅਲਾਵੈ, ਬਹੁਤੀਆਂ ਬੇਨਤੀਆਂ ਕਰਦਾ ਕਿ ਮੇਰਾ ਮਾਰਾ ਲੰਗਰ ਜ਼ਰੂਰ ਛਕੋ, ਕਰੋ ਆਪ ਕਬੂਲ। ਇੱਕ ਦਿਵਸ ਕੇ ਖਰਚ ਕੋ, ਉਹ ਸਿੱਖ ਦੇ ਕੋਲੋਂ ਇੱਕ ਦਿਨ ਦਾ ਲੰਗਰ ਦਾ ਜਿਹੜਾ ਖਰਚ ਹੈ ਲੈ ਅਪਰ ਹਟਾਵੈ। ਉਹਨਾਂ ਕ ਲੈ ਲੈਂਦੇ, ਬਾਕੀ ਹੋਰ ਉਹ ਮੋੜ ਦਿੰਦੇ ਵੀ ਇਹ ਨਹੀਂ ਲੈਣਾ ਅਸੀਂ। ਬਿਦਤ ਭਏ ਸਭ ਦੇਸ਼ ਮਹਿ, ਨੌ ਗੁਰੂ ਅਮਰਦਾਸ ਸਾਹਿਬ ਜੀ ਸਾਰੇ ਦੇਸ਼ਾਂ ਵਿੱਚ ਪ੍ਰਸਿੱਧ ਹੋ ਗਏ। ਸੁਨ ਸੁਨ ਸਿੱਖ ਆਵੈ, ਜਿਹੜੇ ਗੁਰੂ ਕੇ ਸਿੱਖ ਹੈ ਸੁਣ ਸੁਣ ਕੇ ਦਰਸ਼ਨ ਕਰ ਲਈ ਆਉਂਦੇ। ਇੱਛਾ ਮਨ ਮਹਿ ਜਸ ਧਰੈ, ਮਨ ਵਿੱਚ ਜਿਸ ਤਰ੍ਹਾਂ ਦੀ ਇੱਛਾ ਖਾਸ ਰੱਖਦੇ ਹੈ, ਤਸ ਹੀ ਫਲ ਪਾਵੈ। ਉਹ ਜਿਹੀ ਫਲ ਮਹਾਰਾਜ ਦੇ ਦਰਸ਼ਨ ਕਰਕੇ ਪਾ ਲੈਂਦੇ। ਅਪਰ ਨੇਮ ਇੱਕ ਗੁਰ ਕਰਿਓ, ਇੱਕ ਮਹਾਰਾਜ ਨੇ ਨਿਯਮ ਹੋਰ ਵੀ ਇਸ ਤਰ੍ਹਾਂ ਦਾ ਕੀਤਾ ਹੋਇਆ। ਸਭ ਮੋਹ ਪ੍ਰਗਟਾਵਾ, ਉਹ ਜਿਹੜਾ ਨਿਯਮ ਹੈ ਸਾਰਿਆਂ ਦੇ ਵਿੱਚ ਹੀ ਪ੍ਰਗਟ ਕਰ ਦਿੱਤਾ, ਸਭ ਨੂੰ ਦੱਸ ਦਿੱਤਾ ਹੋਇਆ। ਜੋ ਦਰਸ਼ਨ ਹਿਤ ਆਏ ਹਮ, ਇਹ ਜਿਹੜਾ ਵੀ ਇੱਥੇ ਸਾਡੇ ਦਰਸ਼ਨ ਦੀਦਾਰ ਕਰਨ ਵਾਸਤੇ ਚੱਲ ਕੇ ਆਵੇ, ਪ੍ਰਥਮ ਸੋ ਅੰਨ ਖਾਵਾ। ਸਭ ਤੋਂ ਪਹਿਲਾਂ ਗੁਰੂ ਕੇ ਲੰਗਰ ਵਿੱਚ ਆ ਕੇ ਉਹ ਭੋਜਨ ਛਕੇ। ਜਬ ਲਗ ਲੰਗਰ ਜਾਏ ਕੈ, ਜਿੰਨਾ ਚਿਰ ਗੁਰੂ
के लंगर विचों जाके ਭੋਜਨ ਨਹਿ ਖਾਹਿ। ਜਿਹੜਾ ਕੋਈ ਬਾਹਰੋਂ ਆਇਆ ਜਾ ਕੇ ਭੋਜਨ ਨਹੀਂ ਨਾ ਛਕਦਾ ਹੈ। ਤਬ ਲਗ ਦਰਸ਼ਨ ਹਮਨ ਕੇ, ਕਹਿੰਦੇ ਉਹ ਤਦੋਂ ਤੱਕ ਸਾਡੇ ਜਿਹੜੇ ਦਰਸ਼ਨ ਹਨ ਸੋ ਆਵੈ ਨਾਹਿ। ਕਹਿੰਦੇ ਉਹ ਬਿਲਕੁਲ ਦਰਸ਼ਨ ਨਾ ਕਰਨਾ ਹੈ। ਗੁਰੂ ਕੇ ਲੰਗਰ ਵਿੱਚ ਛਕੇ ਕਿਰਕਾ ਫੇਰ ਆਏ ਦਰਸ਼ਨ ਕਰਨ ਲਈ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ ਤ੍ਰਿਤੀਯ ਮਹੱਲੇ ਸ੍ਰੀ ਗੁਰੂ ਅਮਰਦੇਵ ਜੀ ਗੁਰ ਤਖਤ ਪੈ ਪ੍ਰਕਾਸ਼ਿਤ ਹੋਵਨ। ਔਨਿਤ ਆਚਰਨ ਪ੍ਰਸੰਗ ਵਰਣਨ ਨਾਮ ਦੁਤੀਓ ਮੰਦਰ ਹੈ ਦੋਹਰਾ। ਸ੍ਰੀ ਸਤਿਗੁਰੂ ਵਿਚਾਰਿਓ। ਹਾਂ, ਇੱਕ ਦਿਨ ਸੋਭਾ ਵਾਲੇ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਸੋਚਿਆ ਵਿਚਾਰਿਆ। ਸ੍ਰੀ ਗੁਰ ਕੋ ਉਪਦੇਸ਼, ਜੋ ਗੁਰੂ ਸਾਹਿਬ ਮਹਾਰਾਜ ਦਾ ਸ਼ੁਭ ਉਪਦੇਸ਼ ਦਿੱਤਾ ਹੋਇਆ ਸੀ। ਭਗਤ ਬਿਥਾਰੋ ਜਗਤ ਮੈਂ, ਸਾਨੂੰ ਗੁਰਤਾ ਗੱਦੀ ਦੇ ਤਖਤ ਉੱਪਰ ਦੇ ਬਿਠਾ ਕੇ ਉਪਦੇਸ਼ ਦਿੱਤਾ ਸੀ, ਤੁਸੀਂ ਵੀ ਭਗਤੀ ਦਾ ਫੈਲਾਅ ਕਰਨਾ। ਦੇਹੁ ਸਤ ਉਪਦੇਸ਼, ਸਾਰਿਆਂ ਨੂੰ ਸਤ ਸਰੂਪ ਦੀ ਪ੍ਰਾਪਤੀ ਦਾ ਉਪਦੇਸ਼ ਦੇਣਾ ਹੈ। ਚੌਪਈਆਂ ਤੇ ਅਸ ਨਰ ਕੋ ਜਾਵੇ। ਇਸ ਸੰਬੰਧ ਵਿੱਚ ਮਹਾਰਾਜ ਸੋਚਦੇ ਵੀ ਸਾਡੇ ਵਿੱਚੋਂ ਕੋਈ ਐਸਾ ਪੁਰਸ਼ ਜਾਵੇ। ਦੇਸ਼ ਸੈਲ ਸਿੱਖੀ ਪ੍ਰਗਟਾਵੇ। ਜਿਹੜਾ ਪਹਾੜੀ ਇਲਾਕਾ ਹੈ, ਪਹਾੜੀ ਦੇਸ਼, ਇਹਦੇ ਵਿੱਚ ਗੁਰੂ ਨਾਨਕ ਦੀ ਸਿੱਖੀ ਪ੍ਰਗਟ ਕਰੇ, ਸਿੱਖੀ ਦਾ ਪ੍ਰਚਾਰ ਕਰੇ, ਸਿੱਖ ਬਣਾਵੇ ਉਹ ਪਹਾੜੀਆਂ ਨੂੰ। ਅਸ ਵਿਚਾਰ ਸਾਵਣ ਮਲ ਨਾਮੋ। ਇਸ ਤਰ੍ਹਾਂ ਵਿਚਾਰ ਕਰਕੇ ਆਪਣੇ ਘਰ ਦੇ ਵਿੱਚ ਜਿਹੜਾ ਸਾਵਣ ਮਲ ਭਤੀਜਾ ਸੀ, ਅਨਜ ਤਾਤ ਸ਼ੁਭ ਗੁਣ ਗੁਣ ਧਾਨੂ। ਜੋ ਆਪ ਜੀ ਦੇ ਛੋਟੇ ਭਰਾ ਦਾ ਪੁੱਤਰ ਸੀ, ਚੰਗੇ ਗੁਣਾਂ ਦਾ ਘਰ ਸੀ ਇਹ ਸਾਵਣ ਮਲ ਭਤੀਜਾ। ਤਾਹੇ ਹਕਾਰਨ ਨਿਕਟ ਸੁਠਾਨਾ। ਉਸ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਕੋਲ ਸਦਨਾ ਕੀਤਾ। ਸ੍ਰੀ ਮੁਖ ਤੇ ਅਸ ਬਚਨ ਬਖਾਨਾ। ਸਾਵਣ ਮਲ ਭਤੀਜੇ ਨੂੰ ਸੁਹਾਏ ਮਾਨ ਮੁਖ ਤੋਂ ਇਸ ਤਰ੍ਹਾਂ ਬਚਨ ਕਿਹਾ ਆਪ ਜੀ ਨੇ। ਜਾਵੋ ਦੇਸ਼ ਪਹਾੜਨ ਮਾਹੀ। ਇਹ ਸਾਵਣ ਮਾਲਾ ਜਿਹੜਾ ਪਹਾੜੀ ਇਲਾਕਾ ਇਹਦੇ ਤੂੰ ਚਲਾ ਜਾ। ਰਾਜ ਹਰੀਪੁਰ ਕੋ ਜਹ ਆਹੀ। ਇਹ ਪਹਾੜ ਦੇ ਵਿੱਚ ਹਰੀਪੁਰ ਸ਼ਹਿਰ ਹੈਗਾ। ਉਪਦੇਸ਼ਾ ਗੁਰ ਸਿੱਖ ਬਣਾਵੋ। ਪਹਾੜੀ ਰਾਜਿਆਂ ਨੂੰ ਉਪਦੇਸ਼ ਦਿਓ, ਗੁਰੂ ਕੇ ਸਿੱਖ ਬਣਾਓ ਉੱਥੋਂ ਦੇ ਲੋਕਾਂ ਨੂੰ। ਸਤਨਾਮ ਕਾ ਜਾਪ ਕਰਾਵੋ। ਸਾਰਿਆਂ ਨੂੰ ਸਤਨਾਮ ਵਾਹਿਗੁਰੂ ਦਾ ਜਾਪ ਕਰਾਓ। ਅਸ ਕਹਿ ਕਰਤੇ ਏਕ ਰੁਮਾਲਾ। ਇਸ ਤਰ੍ਹਾਂ ਸਾਵਣ ਮਲ ਨੂੰ ਕਹਿ ਕੇ ਆਪਣੇ ਹੱਥੋਂ ਇੱਕ ਰੁਮਾਲ ਸ੍ਰੀ ਸਤਿਗੁਰ ਦੀਨਸ ਤਤਕਾਲਾ। ਮਹਾਰਾਜ ਨੇ ਬੜੀ ਛੇਤੀ ਇਹ ਸਾਵਣ ਮਲ ਦੇ ਹੱਥ ਵਿੱਚ ਫੜਾ ਦਿੱਤਾ ਹੈ। ਕਹਿਓ ਕਿ ਜੋ ਇੱਛਾ ਮਨ ਆਹੀ। ਮੁਖੋ ਇਹ ਕਿਹਾ ਵੀ ਐ ਸਾਵਣ ਮਲ ਜੋ ਤੇਰੇ ਮਨ ਵਿੱਚ ਇੱਛਾ ਆਵੇ, ਕੋਈ ਚਾਹ ਨਾ ਉੱਠੇ। ਦੇਵੈ ਯਹ ਰੁਮਾਲ ਤੁਝ ਤਾਹੀ। ਇਹ ਤੇਰੀ ਇੱਛਾ ਜਿਹੜੀ ਹੈ ਨਾ ਉਹ ਰੁਮਾਲ ਦੇ ਦੇ, ਪੂਰੀ ਕਰ ਦਿਆ ਕਰੇਗਾ। ਹੋਏ ਪ੍ਰਸੰਨ ਪਗ ਸੀਸ ਨਿਵਾਇਓ। ਉਹ ਰੁਮਾਲ ਲੈ ਕੇ ਬਚਨ ਸੁਣ ਕੇ ਪ੍ਰਸੰਨ ਹੋ ਕੇ ਇਸ ਨੇ ਸਿਰ ਨਵਾਇਆ ਹੈ। ਆਇਸ ਲੈ ਕਰ ਤਬੈ ਸਿਧਾਇਓ। ਅਰਦਾਸ ਸਾਹਿਬ ਜੀ ਦੀ ਆਗਿਆ ਲੈ ਕੇ ਤਦੋਂ ਇਹ ਸਾਵਣ ਮਲ ਚਲਿਆ ਗਿਆ ਪਹਾੜੀ ਇਲਾਕੇ ਵਿੱਚ। ਸ਼ਹਿਰ ਹਰੀਪੁਰ ਪਹੁੰਚੇ ਜਾਏ। ਇੱਥੇ ਪਹਾੜਾਂ ਵਿੱਚ ਹਰੀਪੁਰ ਨਾਮ ਦਾ ਸ਼ਹਿਰ ਆ, ਉੱਥੇ ਜਾ ਪਹੁੰਚਾ ਹੈ। ਤਤ ਤਿਤ ਦੇਸ਼ ਨ੍ਰਿਪ ਸੁਤ ਮਿਰਤਕ ਸੁਥਾਏ। ਜਿਸ ਦਿਨ ਗਿਆ ਉਸ ਦਿਨ ਕਹਿੰਦੇ ਉਹ ਹਰੀਪੁਰ ਰਾਜੇ ਦਾ ਜਿਹੜਾ ਪੁੱਤਰ ਹੈ ਕਹਿੰਦੇ ਉਹ ਮਰ ਗਿਆ ਹੋਇਆ ਸੀ। ਰਾਣੀ ਰਾਏ ਬਹੁਤ ਕੁਰਲਾਵੇ। ਰਾਜਾ ਵੀ ਰਾਣੀ ਬਹੁਤ ਨੇ ਬਿਰਲਾਪ ਕਰਦੇ, ਕਰਲਾਉਂਦੇ, ਉੱਚੀ ਉੱਚੀ ਕੂਕਾਂ ਮਾਰਦੇ। ਹਾਏ ਪੁੱਤਰ ਕਹਿ ਊਚ ਸੁਣਾਵੇ। ਹਾਏ ਪੁੱਤਰ ਹੈ ਪਰ ਉੱਚੀ ਉੱਚੀਆਂ ਕੂਕਾਂ ਮਾਰ ਕੇ ਸੁਣਾਉਂਦੇ। ਦੇਖ ਸੰਤ ਸਾਵਣ ਮਲ ਪਾਸ। ਇਸੇ ਤਰ੍ਹਾਂ ਵੀ ਇਹ ਸਾਵਣ ਮਲ ਸੰਤ ਆਇਆ ਦੇਖ ਇਹਦੇ ਕੋਲ। ਆਏ ਸਚਿਵ ਭਾਖੀ ਅਰਦਾਸ। ਜਿਹੜਾ ਰਾਜੇ ਦਾ ਵਜ਼ੀਰ ਆ ਉਸਨੇ ਆ ਕਿਉਂ ਬੇਨਤੀ ਕੀਤੀ ਹੈ। ਸੰਤ ਰੇਖ ਮਹਿ ਮਾਰਹਿ ਮੇਖ। ਮਹਾਰਾਜ ਸਿਆਣੇ ਕਹਿੰਦੇ ਵੀ ਜਿਹੜੇ ਸੰਤ ਸਾਧੂ ਹੁੰਦੇ ਸਿਮਰਨ ਉਹ ਜੇ ਕੋਈ ਮਾੜੀ ਰੇਖਾ ਹੋਵੇ ਉਹਦੇ ਵਿੱਚ ਮੇਖ ਮਾਰ ਦਿੰਦੇ ਹੋ।
ਮਾੜੀ ਰੇਖਾ ਨੂੰ ਮੇਟ ਦਿੰਦੇ ਹੁੰਦੇ। ਸੰਤਨ ਕੋ ਸਾਚੋ ਜਗ ਭੇਖ। ਹਾਂ, ਸੰਤਾਂ ਸਾਧੂਆਂ ਦਾ ਸੰਸਾਰ ਦੇ ਵਿੱਚ ਦਾ ਭੇਖ ਲਿਵਾਸ ਧਾਰਿਓ ਸੱਚਾ ਹੁੰਦਾ ਵੀ ਉਹ ਇਸ ਤਰ੍ਹਾਂ ਹੀ ਕਰ ਦਿੰਦੇ ਹੁੰਦੇ। ਕਰਹੁ ਕਿਰਪਾ ਨ੍ਰਿਪ ਸੁਤ ਹੈ ਜਰਾਵਹੁ। ਜੀ ਮਹਾਰਾਜ ਸਾਧੂ ਕਿਰਪਾ ਕਰ ਦਿਓ, ਰਾਜੇ ਦਾ ਪੁੱਤਰ ਜਮਾਲ ਦਿਓ। ਹੋ ਉਪਕਾਰੀ ਬਿਰਦ ਰਖਾਵਹੁ। ਸਾਧੂ ਸੰਤ ਪਰਉਪਕਾਰੀ ਹੁੰਦੇ, ਉਸ ਪਰਮ ਧਰਮ ਨੂੰ ਮਾਰਾ ਰੱਖੋ ਤੁਸੀਂ। ਸੁਨ ਮੰਤਰੀ ਤੇ ਕੋਮਲ ਬਾਨੀ। ਰਾਜੇ ਦੇ ਵਜ਼ੀਰ ਤੋਂ ਸੁਣ ਕੇ ਬੜੇ ਕੋਮਲ ਬਚਨ। ਸਾਵਣ ਮਲ ਜੀ ਕੀਨ ਬਖਾਨੀ। ਸਾਵਣ ਮਲ ਜੋ ਗੁਰੂ ਮਹਾਰਾਜ ਦਾ ਆਇਆ ਹੋਇਆ ਭਤੀਜਾ, ਉਸਨੇ ਉਹ ਬਚਨ ਕਿਹਾ ਹੈ। ਜੇ ਨ੍ਰਿਪ ਸਿੱਖ ਬਨ ਹੈ ਗੁਰ ਕੇਰਾ। ਵੇ ਵਜ਼ੀਰ, ਜੇ ਤੁਹਾਡਾ ਜਿਹੜਾ ਰਾਜਾ ਹੈ ਗੁਰੂ ਕਾ ਸਿੱਖ ਬਣ ਜਾਏ। ਪੁੱਤਰ ਜੀਵ ਉੱਠ ਹੈ ਬਿਨ ਦੇਰਾ। ਕਹਿੰਦੇ ਤੇਰਾ ਪੁੱਤਰ ਬਿਨਾਂ ਦੇਰੀ ਤੋਂ ਹੁਣੇ ਕਹਿੰਦੇ ਜੀ ਉੱਠ ਖੜੋਵੇਗਾ। ਸੁਨ ਮੰਤਰੀ ਨ੍ਰਿਪ ਪਾਸ ਸਿਧਾਇਓ। ਉਹ ਵਜ਼ੀਰ ਸੁਣ ਕੇ ਰਾਜੇ ਦੇ ਕੋਲ ਚਲਿਆ ਗਿਆ। ਸਭ ਬਿਰਤਾਂਤ ਤਿੰਨ ਭਾਖ ਸੁਨਾਇਓ। ਵੀ ਬਾਹਰੋਂ ਕੋਈ ਸਾਧੂ ਹੈ, ਉਸਨੇ ਸਾਰਾ ਪ੍ਰਸੰਗ ਕਹਿ ਕੇ ਸੁਣਾਇਆ ਵੀ ਜੇ ਗੁਰੂ ਕਾ ਸਿੱਖ ਬਣ ਜਾਏ ਫਿਰ ਮੈਂ ਪੁੱਤਰ ਜਿਉਂਦਾ ਕਰ ਦਿਆਂਗਾ। ਉਹ ਕਹਿੰਦਾ ਸੁਨ ਕਰ ਰਾਣੀ ਯੁਤ ਭੂਪਾਲ। ਵਜ਼ੀਰ ਤੋਂ ਸੁਣ ਕੇ ਰਾਣੀ ਦੇ ਸਮੇਤ ਰਾਜਾ ਸਾਵਣ ਮਲ ਢਿਗ ਆਇਓ ਤਾਲ। ਹਾਂ, ਬੜੇ ਤਤਕਾਲ ਬੜੀ ਛੇਤੀ ਦੇ ਕੇ ਸਾਵਣ ਕੋਲ ਦੇ ਬਾਬਲ ਦੇ ਕੋਲ ਆ ਪਹੁੰਚਿਆ ਹੈ। ਧਰ ਚਰਨਨ ਪਰ ਸੀਸ ਨਿਵਾਇਓ। ਦੋਹਾਂ ਨੇ ਚਰਨਾਂ ਤੇ ਸ਼ੀਸ਼ ਰੱਖ ਕੇ ਝੁਕਾਇਆ ਹੈ, ਮੱਥਾ ਟੇਕਿਆ ਹੈ। ਨਮਰ ਅਤੀ ਹੋਇ ਬਹੁ ਘਿਗੇ ਆਇਓ। ਬਹੁਤ ਨਿਮਰਤਾ ਸਹਿਤ ਹੋਇਆ, ਬਹੁਤ ਮਿਰਤਾ ਤਿਰਤਨ ਤਲੇ ਕੀਤੇ, ਘਟਕੋਰੇ ਜੇ ਮਾਰੇ ਇੱਕ ਗਿਆ ਹੈ। ਦੋਹਰਾ ਹਰੀ ਰਾਮ ਨ੍ਰਿਪ ਹਰੀਪੁਰ। ਜੋ ਹਰੀਪੁਰ ਦਾ ਰਾਜਾ, ਜਿਸ ਦਾ ਨਾਮ ਵੀ ਹਰੀ ਰਾਮ ਹੈ। ਬਿਨਤ ਕਰੈ ਕਰ ਜੋਰ। ਦੋਵੇਂ ਹੱਥ ਜੋੜ ਕੇ ਆਪਣੀ ਪਤਨੀ ਰਾਣੀ ਸਰ ਬੇਨਤੀਆਂ ਕਰਦਾ। ਔਤਰ ਜਾਵੋਂ ਜਗਤ ਤੇ। ਇਹ ਸੰਤੋ ਸੰਸਾਰ ਤੋਂ ਮੈਂ ਹੁਣ ਉਤਰਾ ਜਾ ਰਿਹਾ ਹਾਂ। ਸ਼ਰਨ ਸ਼ਰਨ ਪ੍ਰਭ ਤੋਰ। ਇਹ ਮਾਲਕ ਤੁਹਾਡੀ ਮੈਂ ਸ਼ਰਨ ਆਇਆ, ਤੁਹਾਡੀ ਸ਼ਰਨ ਹੈ, ਮੈਨੂੰ ਬਚਾ ਲੋ ਇਧਰੋਂ। ਨਿਸ਼ਾਨੀ ਛੰਦ ਪ੍ਰਾਨ ਸਹਿਤ ਸੁਤ ਕੋ ਕਰਹੁ। ਇਹ ਸਾਧੂ ਮੇਰੇ ਪੁੱਤਰ ਨੂੰ ਪ੍ਰਾਣਾਂ ਦੇ ਸਿਰ ਜਿਉਂਦਾ ਕਰ ਦਿਓ। ਹਮ ਸਭ ਅਨਸਾਰੇ। ਅਸੀਂ ਜਿੰਨੇ ਸ਼ਰੀਪੁਰ ਸ਼ਹਿਰ ਦੇ ਲੋਕ ਹਾਂ, ਸਭ ਤੁਹਾਡੇ ਆਗਿਆ ਅਨੁਸਾਰ ਹੋਵਾਂਗੇ। ਨਿਸ ਬਾਸੁਰ ਸੇਵਾ ਲਗ ਹੈ। ਦਿਨ ਰਾਤ ਤੁਹਾਡੀ ਸੇਵਾ ਵਿੱਚ ਜੁੜ ਜਾਵਾਂਗੇ। ਹਮ ਦਾਸ ਤੁਮਾਰੇ। ਤੁਹਾਡੇ ਅਸੀਂ ਬਸ ਸਿੱਖ ਸੇਵਕ ਬਣ ਜਾਵਾਂਗੇ। ਸਾਵਨ ਮਲ ਨੇ ਕਹਿਓ ਤਬ। ਸਾਵਣ ਮਲ ਨੇ ਤਦੋਂ ਰਾਜੇ ਨੂੰ ਕਿਹਾ ਹੈ, ਇਹ ਮ੍ਰਿਤਕ ਸੋ ਆਵੋ। ਇਹ ਜਿੱਥੇ ਤੁਹਾਡਾ ਘਰੇ ਪੁੱਤਰ ਮਰਿਆ ਹੋਇਆ ਸਾਡੇ ਕੋਲ ਚੁੱਕ ਕੇ ਲੈ ਆਓ ਇਸ ਸਮੇਂ। ਭੀਰ ਹਟਾਵੋ ਸਕਲ ਹੀ। ਆ ਲੋਕਾਂ ਦੀ ਜਿਹੜੀ ਸਾਡੇ ਇਰਦ ਗਿਰਦ ਤੇ ਪੁੱਤਰ ਦੇ ਇਰਦ ਗਿਰਦ ਲੋਕਾਂ ਦੀ ਰੋਣ ਵਾਲਿਆਂ ਦੀ ਭੀੜ, ਉਹਨੂੰ ਦੂਰ ਕਰ ਦਿਓ। ਕਰ ਸ਼ਾਂਤ ਬਿਠਾਵੋ। ਬਿਲਕੁਲ ਸ਼ਾਂਤ ਕਰਕੇ ਚੁੱਪਚਾਪ ਕਰਕੇ ਬਿਠਾਓ, ਕੋਈ ਰੋਏ ਪਿੱਟੇ ਨਾ। ਵਾਹਿਗੁਰੂ ਸਿਮਰਨ ਕਰੋ। ਸਾਰੇ ਰਲ ਮਿਲ ਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ। ਨਹਿ ਰੋਦਨ ਕੀਜੈ। ਕੋਈ ਵੀ ਬਿਲਕੁਲ ਨਾ ਰੋਣਾ ਕਰੇ। ਸਤਿਗੁਰ ਪਰ ਵਿਸ਼ਵਾਸ ਧਰ। ਜੈ ਸਤਿਗੁਰੂ ਅਮਰਦਾਸ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਸਾਹਿਬ ਪਰ ਭਰੋਸਾ ਰੱਖੋ। ਔਰ ਸਭ ਹਰ ਖੀਜੈ। ਸਾਰੇ ਹਿਰਦਿਆਂ ਵਿੱਚ ਖੁਸ਼ ਹੋਵੋ। ਨ੍ਰਿਪ ਸੁਤ ਮ੍ਰਿਤਕ ਉਠਾਏ ਕਰ। ਹਾਂ, ਰਾਜੇ ਦਾ ਪੁੱਤਰ ਜਿੱਥੇ ਉਹ ਮਰਿਆ ਪਿਆ ਸੀ ਉਹਨੂੰ ਚੁੱਕ ਕਰਕੇ ਆਨਿਓ ਤਤਕਾਲਾ। ਜਿੱਥੇ ਸਾਵਣ ਮਲ ਸੀ ਉੱਥੇ ਬੜੀ ਛੇਤੀ ਲੈ ਆਂਦਾ ਹੈ। ਸਾਵਣ ਮਲ ਆਗੇ ਧਰਿਓ। ਸਾਵਣ ਮਲ ਦੇ ਅੱਗੇ ਉਹ ਪੁੱਤਰ ਨੂੰ ਰੱਖ ਦਿੱਤਾ ਹੈ। ਬਿਸਮਾਏ ਬਿਸਾਲਾ। ਸਾਰੇ ਜਿਹੜੇ ਔਰ ਹਰੀਪੁਰ ਦੇ ਲੋਕ ਬੜੇ ਚਰਜ ਹੋ ਰਹੇ ਵੀ ਇਹ ਮਰੇ ਨੂੰ ਸਾਧੂ ਜਿਉਂਦਾ
ਕਰ ਦਊਗਾ। ਬਦਨ ਉਗਾਰਿਓ ਬਸਤਰ ਤੇ ਇਧਰ ਸਾਵਣ ਮਲ ਨੇ ਉਹ ਰਾਜੇ ਦੇ ਪੁੱਤਰ ਦਾ ਜਿਹੜਾ ਮੁਖ ਤੇ ਬਸਤਰ ਜਾ ਪਾਇਆ ਉਹਨੂੰ ਖੋਲਿਆ, ਬਸਤਰ ਚੁੱਕਿਆ ਹੈ। ਜਲ ਬੋਹਰ ਮੰਗਾਇਓ ਫਿਰ ਕਹਿ ਕੇ ਸੁੱਚਾ ਜਲ ਮੰਗਾ ਲਿਆ ਹੈ। ਤਿਸ ਰੁਮਾਲ ਕੀ ਖੂਟ ਇੱਕ ਜੋ ਗੁਰੂ ਅਮਰਦਾਸ ਸਾਹਿਬ ਜੀ ਨੇ ਰੁਮਾਲ ਬਖਸ਼ਿਆ ਸੀ ਉਹਦੀ ਇੱਕ ਇਸ ਕਹਿੰਦੇ ਉਹ ਕੰਨੀ ਜੀ ਨੁਕਰ ਜੀ ਧੋਈ ਕਰ ਲਾਇਓ ਆਪਣਾ ਹੱਥ ਲਾ ਕੇ ਉਹ ਜਲ ਨਾਲ ਉਹ ਨੁਕਰ ਜੀ ਕੰਨੀ ਜੀ ਧੋਤੀ ਹੈ। ਸੋ ਜਲ ਜਬ ਮੁਖ ਮਹਿ ਭਰਿਓ ਰੁਮਾਲ ਦਾ ਜਿਹੜਾ ਜਲ ਹੈ ਜਦੋਂ ਮੁਖ ਦੇ ਵਿੱਚੋਂ ਰਾਜੇ ਦੇ ਪੁੱਤਰ ਦੇ ਪਿਆ ਹੈ, ਸਤਨਾਮ ਬਖਾਨਾ ਨਾਲ ਹੀ ਇਸ ਤਰ੍ਹਾਂ ਜਲ ਪਾਉਂਦੇ ਆ ਸਾਵਣ ਵਾਲੇ ਸਤਨਾਮ ਵਾਹਿਗੁਰੂ ਵਾਹਿਗੁਰੂ ਕਿਹਾ ਹੈ। ਸੀਸ ਛੁਹਾਏ ਰੁਮਾਲ ਕੋ ਨਾਲ ਹੀ ਜੋ ਗੁਰੂ ਮਹਾਰਾਜ ਨੇ ਰੁਮਾਲ ਬਖਸ਼ਿਆ ਉਸ ਪੁੱਤਰ ਦੇ ਸਿਰ ਤੇ ਵੀ ਛੁਹਾ ਦਿੱਤਾ ਹੈ। ਆਏ ਤਿਸ ਪ੍ਰਾਨ ਉਸੇ ਵੇਲੇ ਕਹਿੰਦੇ ਉਹਦੇ ਅੰਦਰ ਪ੍ਰਾਣ ਆ ਗਏ ਹੈ। ਜਥਾ ਸੰਜੀਵਨ ਜਲ ਘਸੀ ਇਸ ਤਰ੍ਹਾਂ ਕਹਿੰਦੇ ਉਹ ਸੰਜੀਵਨੀ ਬੂਟੀ ਲਿਆ ਕੇ ਜਲ ਦੇ ਨਾਲ ਰਗੜੀ ਗਈ ਸੀ। ਲక్ష్మణ ਮੁਖ ਡਾਰੀ ਜਿਹੜਾ ਲక్ష్మణ ਉਹ ਮੂਰਛਿਤ ਪਿਆ ਹੋਇਆ ਸੀ ਜਦੋਂ ਉਹਦੇ ਮੂੰਹ ਵਿੱਚ ਪਾਈ ਸੀ ਸੰਜੀਵਨੀ ਬੂਟੀ, ਤਥਾ ਕੁਬਰ ਜੀਵਤ ਉਠਿਓ ਜਦੋਂ ਲక్ష్మణ ਉੱਠ ਕੇ ਖੜੋਤਾ ਸੀ ਨਾ ਇਸੇ ਇਤਨਾ ਕਹਿੰਦੇ ਰਾਜੇ ਦਾ ਪੁੱਤਰ ਕਹਿੰਦੇ ਉੱਠ ਖੜੋਤਾ ਜੀ ਉਠਿਆ ਹੈ। ਚੱਖ ਪਲਕ ਉਗਾਰੀ ਆਪਣੀਆਂ ਅੱਖਾਂ ਦੀਆਂ ਪਲਕਾਂ ਜੀ ਉਹਨੇ ਝਾਟੀ ਖੋਲੀਆਂ ਹਨ। ਰਾਜਾ ਮਿਲਿਓ ਪਸਾਰ ਭੁਜ ਫੇਰ ਕੀ ਹੈ, ਰਾਜਾ ਤਾਂ ਆਪਣੀਆਂ ਬਾਹਾਂ ਫੈਲਾ ਕੇ ਜੱਫੀ ਮਾਰ ਕੇ ਪੁੱਤਰ ਨੂੰ ਮਿਲਿਆ ਹੈ। ਰਾਨੀ ਮੁਖ ਚੂਮਾ ਰਾਣੀ ਇੰਨੀ ਖੁਸ਼ ਹੋਈ ਪੁੱਤਰ ਦਾ ਮੁਖ ਚੁੰਮਿਆ ਉਸਨੇ। ਠਾਂਡੋ ਤਤ ਛਿਨ ਸੋ ਭਇਓ ਰਾਜੇ ਦਾ ਪੁੱਤਰ ਬੜੀ ਛੇਤੀ ਦੇ ਖੜਾ ਹੋ ਗਿਆ ਹੈ। ਤਜ ਕਰ ਤਲ ਭੂਮਾ ਧਰਤੀ ਦਾ ਜਿਹੜਾ ਤਲਾ ਹੈ ਛੱਡ ਕੇ ਸਵਈਆ ਛੰਦ ਭਇਓ ਆਨੰਦ ਬਿਲੰਦ ਸਭਨ ਕੇ ਇਹ ਸਾਰਿਆਂ ਦੇ ਮਨਾਂ ਵਿੱਚ ਬੜਾ ਭਾਰੀ ਆਨੰਦ ਹੀ ਆਨੰਦ ਹੋਇਆ ਹੈ। ਮੰਗਲ ਗਾਵੈ ਹੈ ਅਨਕ ਪ੍ਰਕਾਰ ਹਰ ਪਾਸੇ ਅਨੇਕਾਂ ਤਰ੍ਹਾਂ ਦੇ ਮੰਗਲਾਚਾਰ ਗਾਉਂਦੇ, ਖੁਸ਼ੀ ਦੇ ਗੀਤ ਗਾਉਂਦੇ। ਬੜ ਉਤਸ਼ਾਹ ਕਰਿਓ ਮਹਿ ਪਾਲਕ ਰਾਜੇ ਨੇ ਬੜਾ ਭਾਰੀ ਉਹ ਪੁੱਤਰ ਜਿਉਣ ਕਰਕੇ ਉਤਸ਼ਾਹ ਕੀਤਾ, ਸਮਾਗਮ ਕੀਤਾ ਹੈ। ਦੀਨਨ ਦੀਨਸ ਦਰਬ ਉਦਾਰ ਜਿਹੜੇ ਗਰੀਬ ਲੋਕ ਹੈ ਉਹਨੂੰ ਕਹਿੰਦੇ ਸਖੀ ਬਣ ਕੇ ਬਹੁਤਾ ਦਾਨ ਦਿੱਤਾ ਹੈ। ਲਗ ਦੁੰਦਬ ਗਨ ਸੰਗ ਨਫੀਰਨ ਛੋਟੇ ਵਸੇ ਤਾਂ ਸੇ ਨਗਾਰੇ ਹੋਰ ਧੂਤੀਆਂ ਦੇ ਨਾਲ ਬਾਜਨ ਲਾਗੇ ਦੁਰਗ ਦੁਆਰ ਜਿਹੜਾ ਕਿਲੇ ਦਾ ਬਾਹਰਲਾ ਦਰਵਾਜ਼ਾ ਉਹਦੇ ਤੇ ਵੱਜਣ ਲੱਗ ਪਏ। ਭਾਟ ਕਲਾਵਤ ਕਰਤ ਰਾਗ ਧੁਨ ਜਿਹੜੇ ਪੱਟ ਕਲੌਤ ਉਹ ਰਾਗਾਂ ਦੀ ਆਵਾਜ਼ ਕਰਦੇ। ਬਜਤ ਮ੍ਰਿਦੰਗ ਰਬਾਬ ਸਤਾਰ ਰੰਗ ਵੱਜਦੇ, ਰਬਾਬ ਵੱਜਦੇ, ਸਤਾਰਾਂ ਵੱਜਦੀਆਂ। ਮਹਾ ਅਮੰਗਲ ਪ੍ਰਥਮ ਹੁਤੋ ਜਹੈ ਜਿੱਥੇ ਬੜਾ ਭਾਰੀ ਕਹਿੰਦੇ ਪਹਿਲਾਂ ਸੋਗ ਪਿਆ ਹੋਇਆ ਸੀ, ਤਹ ਤਬ ਮੰਗਲ ਰਚਹਿ ਵਿਸਾਲ ਉੱਥੇ ਬੜਾ ਭਾਰੀ ਮੰਗਲਾਚਾਰ ਰਚਦੇ ਆ, ਖੁਸ਼ੀਆਂ ਮਨਾ ਰਹੇ। ਰਾਜਾ ਰਾਨੀ ਸਚਵ ਸਹਿਤ ਸਭ ਰਾਜਾ ਆਪਣੇ ਰਾਣੀ ਵਜ਼ੀਰਾਂ ਦੇ ਸਮੇਤ ਸਾਰੇ ਹੀ। ਸਾਵਣ ਮਲ ਆਗੇ ਤਤਕਾਲ ਜਿਹੜਾ ਸਾਵਣ ਵਾਲਾ ਉਹਦੇ ਅੱਗੇ ਬੜੀ ਛੇਤੀ ਹੀ ਹਾਥਨ ਜੋਰ ਅਕੂਰਨ ਅਰਪਹਿ ਹੱਥ ਜੋੜ ਜੋੜ ਕੇ ਤਰ੍ਹਾਂ ਦੀਆਂ ਭੇਟਾਂ ਰੱਖ ਰਹੇ ਹੈ। ਗੜ ਪਹਿਰਾਈ ਫੂਲਨ ਮਾਲ ਇਸ ਤਰ੍ਹਾਂ ਸਾਵਣ ਮਲ ਦੇ ਗਲ ਦੇ ਵਿੱਚ ਬਹੁਤ ਚੰਗੀ ਫੁੱਲਾਂ ਦੀ ਮਾਲਾ ਵੀ ਪਾ ਦਿੱਤੀ ਹੈ। ਚਮਰ ਟੁਰਾਵੈ ਹੈ ਸੁਜਸ ਵਡਾਵੈ ਹੈ ਔਰ ਫੇਰਦੇ ਆ ਸ੍ਰੇਸ਼ਟ ਜਸ ਵਧਾਉਂਦੇ ਹੈ। ਸੀਸ ਨਿਵਾਵੈ ਹੈ ਧਰ ਧਰ ਪਾਲ ਇਸ ਤਰ੍ਹਾਂ ਮੱਥਾ ਧਰਤੀ ਉੱਪਰ ਰੱਖ ਰੱਖ ਕੇ ਸਾਰੇ ਸਿਰ ਝੁਕਾਉਂਦੇ। ਸਿਵਕਾ ਪਰ ਚੜਾਏ ਤਹ ਲਿਆਏ ਸਾਵਣ ਵੱਲ ਨੂੰ ਸੋਹਣੀ ਪਾਲਕੀ ਉੱਪਰ ਝਾੜਾ ਕੇ ਲੈ ਆਏ। ਸੁੰਦਰ
ਮੰਦਰ ਅੰਦਰ ਥਾਨ। ਜਿੱਥੇ ਸੋਹਣੇ ਮੰਦਰ ਦੇ ਅੰਦਰ ਸੋਹਣਾ ਸਥਾਨ ਹੈ ਸੀ ਬਣਿਆ। ਸਾਦਰ ਡੇਰੇ ਕੋ ਕਰਵਾਇਓ, ਸਤਿਕਾਰ ਨਾਲ ਆਸਣ ਕਰਵਾਇਆ ਹੈ। ਬਹੁ ਮੇਲਾ ਕੀਏ ਪਲੰਗ ਵਿਛਾਨ। ਬੜਾ ਜੋੜ ਮੇਲ ਕੀਤਾ, ਇਸ ਤਰ੍ਹਾਂ ਜਿਹੜਾ ਪਲੰਗ ਹੈ ਪਲੰਗ ਹੈ ਵਿਛਾਇਆ ਬਿਠਾਇਆ ਉਸ ਉੱਪਰ। ਜਰੀਦਾਰ ਗੁੰਫੇ ਜਿਹੇ ਲਟਕਤ, ਜਿਸ ਵਿਛਾਈ ਨੂੰ ਜਰੀਦਾਰ ਗੁੱਛੇ ਜੇ ਲਟਕਦੇ। ਉਪਰ ਰੁਚਰ ਚੰਦੋਵਾ ਤਾਨ। ਉਸ ਪਲੰਗ ਦੇ ਉੱਪਰ ਸੋਹਣਾ ਜਿਹੜਾ ਚੰਦੋਵਾ ਵੀ ਤਾਣ ਦਿੱਤਾ ਹੈ। ਬਿਨੋ ਸਹਿਤ ਉਠ ਲਾਵੋ ਉਪਰ। ਬੇਨਤੀ ਸਹਿਤ ਕੇ ਬਚਨ ਕਹਿ ਕੇ ਉਸ ਪਲੰਗ ਦੇ ਉੱਪਰ ਬਿਠਾਇਆ ਸਾਵਣ ਮਲ ਨੂੰ। ਬੰਦਨ ਕਰ ਦੀਏ ਖਾਨ ਰੂਪਾਨ। ਨਮਸਕਾਰਾਂ ਕਰਕੇ ਉਦੋਂ ਵਾਰ ਛਕਾਉਣ ਲਈ ਵੀ ਸਭ ਕੁਝ ਦਿੱਤਾ ਹੈ। ਇਤਿਆਦਿਕ ਸੋ ਸੁਰੂਖਾ ਕੀਨਸ। ਇਸ ਤੋਂ ਹਾਲ ਲੈ ਕੇ ਰਾਜਾ ਰਾਣੀ ਨੇ ਮਿਲ ਕੇ ਬੜੀ ਸੇਵਾ ਕੀਤੀ ਸਾਵਣ ਮਲ ਦੀ। ਮਹਿਮਾ ਬਿਖ ਸਗਰੇ ਬਿਸਮਾਏ। ਭਾਈ ਸਾਵਣ ਮਲ ਦੀ ਮਹਿਮਾ ਵਡਿਆਈ ਵੇਖ ਕੇ ਸਾਰੇ ਖੁਸ਼ ਹੋ ਗਏ ਹਨ। ਹੈ ਸਮਰੱਥ ਮਹਾ ਸਭ ਰੀਤਨ। ਵੀ ਜਿਹੜਾ ਸਾਧੂ ਆਇਆ ਸਭ ਤਰ੍ਹਾਂ ਦੀ ਰੀਤੀ ਕਰਕੇ ਤਾਕਤਵਰ ਹੈ। ਨ੍ਰਿਪ ਸੁਤ ਮ੍ਰਿਤ ਕੋ ਦੀਨ ਜਿਵਾਏ। ਰਾਜੇ ਦਾ ਪੁੱਤਰ ਮਰਿਆ ਪਿਆ ਸੀ, ਇਹਨੇ ਝਟਪਟ ਜੀਵਾ ਦਿੱਤਾ ਹੈ। ਹਰੀ ਰਾਮ ਨ੍ਰਿਪ ਸਿੱਖ ਤਬ ਹੋਇਓ। ਸਭ ਤੋਂ ਪਹਿਲਾਂ ਜਿਹੜਾ ਹਰੀ ਰਾਮ ਰਾਜਾ ਉਹ ਗੁਰੂ ਨਾਨਕ ਸਾਹਿਬ ਦਾ ਸਿੱਖ ਹੋ ਗਿਆ ਹੈ। ਪੁਨ ਸਭ ਸਿੱਖੀ ਕੇ ਮਗ ਆਏ। ਉਦੋਂ ਹਰੀਪੁਰ ਸ਼ਹਿਰ ਦੇ ਲੋਕ ਸਾਰੇ ਸਿੱਖੀ ਪੰਥ ਵਿੱਚ ਹੀ ਆ ਗਏ। ਵਾਹਿਗੁਰੂ ਸਿਮਰਹਿ ਸੁਖ ਪਾਵਹਿ। ਜਿੱਥੇ ਉਹ ਦੇਵੀਆਂ ਨੂੰ ਜਪਦੇ ਸੀ ਉੱਥੇ ਵਾਹਿਗੁਰੂ ਵਾਹਿਗੁਰੂ ਸਿਮਰਦੇ ਐ ਸੁਖ ਪਾਉਂਦੇ ਲੋਕ। ਚਿਤ ਇੱਛਾ ਕੋ ਦੇਤ ਪੁਰਾਏ। ਜੋ ਚਿਤ ਦੀਆਂ ਇੱਛਾ ਪੂਰੀਆਂ ਕਰ ਰਹੇ ਐ। ਦੋਹਰਾ ਕਿਤਕ ਕਾਲ ਰਹਿਓ ਦੇਸ਼ ਮੈਂ। ਸਾਵਣ ਮਲ ਕੁਝ ਕੁ ਸਮਾਂ ਉਹ ਪਹਾੜੀ ਇਲਾਕੇ ਵਿੱਚ ਰਿਹਾ ਹੈ। ਸਿੱਖੀ ਬਹੁ ਵਿਸਥਾਰ। ਗੁਰੂ ਨਾਨਕ ਦੀ ਸਿੱਖੀ ਇਹਨੇ ਫੈਲਾਈ ਹੈ। ਪੁਨ ਇੱਛਾ ਅਸ ਬਿਦ ਕਰੀ। ਫਿਰ ਇਸ ਤਰ੍ਹਾਂ ਦੀ ਇਹਨੇ ਮਨ ਵਿੱਚ ਇੱਛਾ ਖਾਸ ਕੀਤੀ ਹੈ। ਚੱਲ ਹੈ ਗੁਰ ਦਰਬਾਰ। ਆਪਾਂ ਗੋਇੰਦਵਾਲ ਸਾਹਿਬ ਵਿਖੇ ਗੁਰੂ ਕੇ ਦਰਬਾਰ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਚੱਲੀਏ। ਚੌਪਈ ਸਾਵਣ ਮਲ ਜਬ ਤਿਆਰੀ ਕੀਨੀ। ਇਸ ਤਰ੍ਹਾਂ ਦੀ ਵਿਚਾਰ ਕਰਕੇ ਜਿਹਨੇ ਸਾਵਣ ਮਲ ਨੇ ਗੋਇੰਦਵਾਲ ਸਾਹਿਬ ਵੱਲ ਨੂੰ ਆਉਣ ਦੀ ਤਿਆਰੀ ਕੀਤੀ ਹੈ। ਭੂਵ ਸਚਵ ਸਭ ਹਨ ਸੁਣ ਲੀਨੀ। ਜਿਹੜਾ ਕੋਈ ਰਾਜਾ ਹੈ ਵਜ਼ੀਰ ਹੈ ਸਾਰਿਆਂ ਨੇ ਗੱਲ ਸੁਣ ਲਈ ਵੀ ਇਹ ਸਾਵਣ ਮਲ ਤਾਂ ਹੁਣ ਗੋਇੰਦਵਾਲ ਸਾਹਿਬ ਨੂੰ ਜਾਵੇਗਾ। ਸਭ ਮਿਲ ਆਏ ਸਾਵਨ ਪਾਸ। ਸਾਰੇ ਮਿਲ ਕੇ ਇਕੱਠਿਆ ਹੋ ਕੇ ਸਾਵਣ ਮਲ ਦੇ ਕੋਲ ਆਏ। ਬਿਨਤੀ ਭਨ ਕੀ ਬਚਨ ਪ੍ਰਕਾਸ਼। ਬੇਨਤੀ ਕਰਕੇ ਫਿਰ ਬਚਨਿਓ ਕਰਿਆ ਹੈ। ਸੰਤ ਸਾਹਿਬ ਹਮ ਭੀ ਤੁਮ ਸੰਗ। ਸਾਵਣ ਮਲ ਸੰਤ ਸਾਹਿਬ ਜੀ ਸਾਨੂੰ ਵੀ ਤੁਸੀਂ ਆਪਣੇ ਨਾਲ ਹੀ ਲੈ ਲਓ। ਚੱਲ ਹੈ ਦਰਸ਼ਨ ਸਹਿਤ ਉਮੰਗ। ਅਸੀਂ ਵੀ ਕਹਿੰਦੇ ਦਰਸ਼ਨ ਕਰਾਂਗੇ ਬੜੇ ਉਤਸ਼ਾਹ ਸਹਿਤ ਚੱਲਾਂਗੇ ਨਾਲ। ਪੁਨ ਸਾਵਣ ਮਲ ਆਗਿਆ ਦੀਨੀ। ਸੁਣ ਕੇ ਸਾਵਣ ਮਲ ਨੇ ਉਹ ਆਗਿਆ ਕਰ ਦਿੱਤੀ ਹੈ। ਭੂਪ ਪ੍ਰਜਾਯੁਤ ਤਿਆਰੀ ਕੀਨੀ। ਠੀਕ ਹੈ, ਰਾਜੇ ਨੇ ਪ੍ਰਜਾ ਸਹਿਤ ਹੀ ਚੱਲਣ ਦੀ ਤਿਆਰੀ ਕਰ ਲਈ ਹੈ। ਰਾਣੀ ਮੰਤਰੀ ਸਭ ਚੱਲ ਆਏ। ਫੇਰ ਕੀ ਹੈ, ਰਾਣੀ ਵੀ ਵਜ਼ੀਰ ਵੀ ਰਾਜੇ ਸਵੇਰ ਸਭ ਜਿਹੜੇ ਸ਼ਹਿਰ ਦੇ ਲੋਕ ਚਲੇ ਆਏ। ਗੋਂਦਵਾਲ ਪਹੁੰਚੇ ਸੁਖ ਪਾਏ। ਜਿੱਥੇ ਬਿਆਸਾ ਦੀ ਨਦੀ ਦੇ ਕਿਨਾਰੇ ਅੰਦਰ ਗੋਇੰਦਵਾਲ ਸਾਹਿਬ ਵਸਿਆ ਉੱਥੇ ਆ ਪਹੁੰਚੇ ਸੁਖ ਪਾਇਆ ਹੈ। ਪ੍ਰਥਮ ਸਭਨ ਡੇਰੇ ਕਰਵਾਏ। ਸਭ ਤੋਂ ਪਹਿਲਾਂ ਆਪੋ ਆਪਣੇ ਡੇਰੇ ਤੰਬੂ ਲਾ ਲਏ, ਆਸਣ ਕਰਵਾ ਲਏ। ਸਾਵਣ ਮਲ ਪੁਨ ਗੁਰ ਟਿਕ ਜਾਏ। ਉਦੋਂ ਵਾਰ ਜਿਹੜਾ ਸਾਵਣ ਮਲ ਹੈ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਗਿਆ ਹੈ।
हाथ बंद चरणन लपटायो ਦੋਵੇਂ ਹੱਥ ਜੋੜ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨੀ ਲੱਗਿਆ ਹੈ। दर्श पाए मन आनंद बढ़ायो ਮਹਾਰਾਜ ਦੇ ਦਰਸ਼ਨ ਪਾ ਕੇ ਮਨ ਵਿੱਚ ਬੜਾ ਆਨੰਦ ਵਧਾਇਆ ਇਸ ਨੇ। सतगुर बूझियो कुशल आनंद ਗੁਰੂ ਮਹਾਰਾਜ ਨੇ ਸਾਵਣ ਮਲ ਨੂੰ ਸੁਖ ਆਨੰਦ ਪੁੱਛਿਆ ਹੈ। सावन मल भाखै कर बंद ਸਾਵਣ ਮਲ ਹੱਥ ਜੋੜ ਕੇ ਕਹਿ ਰਿਹਾ ਹੈ कृपा आप की सगरो देश ਆਪ ਜੀ ਦੀ ਕਿਰਪਾ ਨਾਲ ਸਾਰਾ ਪਹਾੜੀ ਇਲਾਕਾ भयो सिख लीन सोपदेश ਸਾਰਾ ਗੁਰੂ ਨਾਨਕ ਦਾ ਸਿੱਖ ਬਣ ਗਿਆ। ਸਭ ਨੇ ਵਾਹਿਗੁਰੂ ਜਪਣ ਦਾ ਉਪਦੇਸ਼ ਲੈ ਲਿਆ ਹੈ। अब भूपत संग सब चल ਹੁਣ आए ਮਹਾਰਾਜ ਰਾਜੇ ਸਵੇਰੇ ਸਾਰੇ ਸ਼ਹਿਰ ਦੇ ਲੋਕ ਚੱਲ ਕੇ ਆਏ। मन शरदा तब दर्शन पाए ਮਨ ਵਿੱਚ ਇੰਨੀ ਸ਼ਰਧਾ ਹੈ, ਤੁਹਾਡੇ ਦਰਸ਼ਨ ਪਾਇਆ ਚਾਹੁੰਦੇ। कह गुर प्रथम देग ते खावे ਮਹਾਰਾਜ ਕਹਿੰਦੇ ਵੀ ਸਾਵਣ ਵਾਲ ਉਹਨਾਂ ਨੂੰ ਕਹੋ ਵੀ ਸਾਰੇ ਪਹਿਲਾਂ ਗੁਰੂ ਕੇ ਲੰਗਰ ਵਿੱਚ ਭੋਜਨ ਛਕਣ। पुन दर्शन हित हम ढिग आवे ਉਦੋਂ ਬਾਅਦ ਸਾਡੇ ਦਰਸ਼ਨ ਕਰਨ ਵਾਸਤੇ ਸਾਡੇ ਪਾਸ ਚਲੇ ਆਉਣ। ले रजाए सावन मल जाए ਹੁਣ ਸਾਵਣ ਮਲ ਨੇ ਆਗਿਆ ਲੈ ਕੇ नृपजुत सब को संग लवाए ਰਾਜੇ ਸਵੇਰ ਸਾਰਿਆਂ ਨੂੰ ਆਪਣੇ ਨਾਲ ਲੈ ਲਿਆ ਹੈ। देग स्थान पंगता लाई ਜਿੱਥੇ ਗੁਰੂ ਕਾ ਸਥਾਨ ਹੈ ਉੱਥੇ ਪੰਗਤਾਂ ਲਾ ਲਈਆਂ। सब को एक सम आसन छकाई ਸਾਰਿਆਂ ਨੂੰ ਇੱਕ ਬਰਾਬਰ ਇੱਕੋ ਜਿਹਾ ਭੋਜਨ ਛਕਾਇਆ ਹੈ। पुन आए सावन मल साथ ਫਿਰ ਸਾਵਣ ਮਲ ਦੇ ਨਾਲ ਆ ਗਏ ਹਨ। दर्श कीन श्री सतगुर नाथ ਹਾਂ ਗੁਰੂ ਅਮਰਦਾਸ ਸਾਹਿਬ ਮਾਲਕ ਦੇ ਦਰਸ਼ਨ ਕੀਤੇ ਸਭ ਨੇ। ਧਰ ਚਕੋਰ ਚਰਨਨ ਲਪਟਾਏ ਧਰ ਅਕੋਰ ਚਰਨਨ ਲਪਟਾਏ ਭੇਟਾ ਰੱਖ ਰੱਖ ਕੇ ਮਹਾਰਾਜ ਦੇ ਚਰਨੀ ਲੱਗੇ ਹਨ। ਮਨੋ ਕਾਮਨਾ ਗੁਰ ਤੇ ਪਾਏ ਗੁਰੂ ਮਹਾਰਾਜ ਦੇ ਪਾਸੋਂ ਜੋ ਮਨ ਦੀਆਂ ਖਾਸ਼ਾਂ ਕਾਮਨਾ ਉਹ ਪਾਈਆਂ ਹਨ। ਕਿਤਕ ਦਿਵਸ ਰਹਿ ਗੁਰ ਦਰਬਾਰਾ ਔਰ ਰਾਜਾ ਕੁਝ ਕੁ ਸਮਾਂ ਗੁਰੂ ਕੇ ਦਰਬਾਰ ਵਿੱਚ ਰਿਹਾ, ਕੁਝ ਦਿਨ ਇੱਥੇ ਰਿਹਾ। ਗੋਇੰਦਵਾਲ ਸਿੰਘ ਲੈ ਆਏ ਸਪੁਨ ਸਦਨ ਸਿਧਾਰਾ ਇਹ ਗੁਰੂ ਮਹਾਰਾਜ ਦੀ ਆਗਿਆ ਲੈ ਕੇ ਆਪਣੇ ਘਰ ਵੱਲ ਨੂੰ ਪਹਾੜੀ ਇਲਾਕੇ ਵੱਲ ਨੂੰ ਚਲਾ ਗਿਆ ਹੈ। ਸ੍ਰੀ ਅਮਰੋ ਪਤ ਸਾਵਣ ਮਲਿਆ ਹਾਂ ਜੋ ਗੁਰੂ ਅੰਗਦ ਸਾਹਿਬ ਦੀ ਸਪਿਤਰੀ ਬੀਬੀ ਅਮਰੋ ਹੈ, ਉਹਦਾ ਜਿਹੜਾ ਮਾਲਕ ਹੈ ਸਾਵਣ ਮੱਲ ਹੈ। ਦਈ ਮੰਜੀ ਤਿਸ ਪ੍ਰਥਮ ਅਟਲਿਆ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਖੁਸ਼ ਹੋ ਕੇ ਜਿਹੜੀਆਂ 12 ਮੰਜੀਆਂ ਦਿੱਤੀਆਂ ਸਿੱਖੀ ਦੇ ਪਰਿਵਾਰ ਵਿੱਚ, ਸਭ ਤੋਂ ਪਹਿਲਾਂ ਕਹਿੰਦੇ ਜਿਹੜੀ ਮੰਜੀ ਹੈ ਇਹ ਸਾਵਣ ਮੱਲ ਨੂੰ ਦਿੱਤੀ, ਕਿਉਂਕਿ ਸਿੱਖੀ ਦਾ ਪ੍ਰਚਾਰ ਇਹ ਕਰਕੇ ਆਇਆ ਸੀ ਸਭ ਤੋਂ ਪਹਿਲਾਂ। ਦਿਜਬਰ ਦਾਸ ਨਕੋਦਰ ਏਕ ਇੱਕ ਨਕੋਦਰ ਨਾਮ ਦਾਸ ਦਾ ਬ੍ਰਾਹਮਣ ਹੈ ਸੀ। ਸਾਵਣ ਮਲ ਸੰਗ ਆਇਓ ਨੇ ਹਾਂਜੀ ਦਿਜਬਰ ਦਾਸ ਨਕੋਦਰ ਏਕਾ ਹਾਂ ਇੱਕਾ ਕਹਿੰਦੇ ਇੱਕ ਜਿਹੜਾ ਨਕੋਦਰ ਦਾ ਦਾਸ ਨਕੋਦਰ ਭੱਟ ਹੈ ਬ੍ਰਾਹਮਣ, ਸਾਵਣ ਮਲ ਸੰਗ ਆਇਓ ਨੇਕਾ ਬੜਾ ਨੇਕ ਸੁਭਾਅ ਵਾਲਾ ਸੀ। ਇਹ ਸਾਵਣ ਮਲ ਨਾਲ ਆ ਗਿਆ ਹੈ। ਰਹਿਓ ਗੁਰੂ ਢਿਗ ਸੇਵਕ ਮਾਈ ਜਿਹੜਾ ਇਹ ਨਕੋਦਰ ਦਾਸ ਬ੍ਰਾਹਮਣ ਹੈ ਮਹਾਰਾਜ ਕੋਲ ਰਿਹਾ, ਇਸਨੇ ਬੜੀ ਸੇਵਾ ਭਗਤੀ ਕਮਾਈ ਹੈ। ਭੇ ਪ੍ਰਸੰਨ ਤਿਸ ਪਰ ਜਗ ਰਾਈ ਜਗਤ ਦੇ ਮਾਲਕ ਇਸ ਉੱਪਰ ਵੀ ਬਹੁਤ ਖੁਸ਼ ਹੋ ਗਏ ਹੈ। ਦੁਤੀਏ ਮੰਜੀ ਤਿਸ ਕੋ ਦੀਨੀ ਹਾਂ ਦੂਸਰੀ ਜਿਹੜੀ ਹੈ ਕਹਿੰਦੇ ਸਿੱਖੀ ਦੇ ਪ੍ਰਚਾਰ ਲਈ ਜਿਹੜੀ ਮੰਜੀ ਹੈ ਇਸ ਨੂੰ ਬਖਸ਼ੀ ਹੈ। ਪੁਰਨੀ ਚਿੰਤ ਪੁਰੀ ਲੇਹ ਚੀਨੀ ਕਹਿੰਦੇ ਇਸ ਤਰ੍ਹਾਂ ਚਿੰਤਪੁਰਨੀ ਇਹ ਸ਼ਹਿਰ ਦਾ ਸੀ ਰਹਿਣ ਵਾਲਾ, ਇਹ ਜਾਣ ਲਓ ਜਾਂ ਉਧਰ ਸਿੱਖੀ ਦੇ ਪ੍ਰਚਾਰ ਲਈ ਇਹਨੂੰ ਭੇਜਿਆ ਹੈ। ਤ੍ਰਿਤੀਏ ਬੱਲੂ ਸੇਵਕ ਨਾਈ ਹਾਂ ਤੀਜਾ ਜਿਹਨੂੰ ਮੰਜੀ ਬਖਸ਼ੀ ਸਿੱਖੀ ਦੇ ਪ੍ਰਚਾਰ ਲਈ ਉਹ ਬੱਲੂ ਸੇਵਕ ਸੀ, ਜੋ ਨਾਈ ਸੀ, ਰਾਜਾ ਸਿੱਖ ਸੀ। ਮੰਜੀ ਦੀਨੀ ਗੁਰ ਹਰ ਖਾਏ ਮਹਾਰਾਜ ਨੇ ਖੁਸ਼ ਹੈ ਕਿ ਸਿੱਖੀ ਦੇ ਪ੍ਰਚਾਰ ਲਈ ਇਹਨੂੰ ਵੀ ਪਦਵੀ ਬਖਸ਼ੀ। ਦੇਸ਼ ਵਿਦੇਸ਼ਨ ਮਹਿ ਵਿਚਰਾਏ ਹਾਂ ਦੇਸਾਂ ਪ੍ਰਦੇਸਾਂ ਦੇ ਵਿਚਰ ਕੇ ਫਿਰ ਤੁਰ ਕੇ ਗੁਰ ਸਿੱਖੀ ਪ੍ਰਚਾਰ ਕਰਾਏ ਇਹਨਾਂ ਚੌਹਾਂ ਨੇ ਗੁਰੂ ਕੀ
सिक्खी का बड़ा भारी प्रचार किया। इस तरह महाराज ने समय समय अनुसार 22 मंजियां 22 ਜਿਹੜੇ सिख है इन्हों सिक्खी के प्रचार ਲਈ वो बख्शियां कीतियां सी। 72 पीढ़े सिक्खी के प्रचार ਲਈ ਮਾਈਆਂ ਨੂੰ ਬਖਸ਼ੀਏ ਸਨ। इस तरह गुरु अमरदास साहब महाराज जी ने अपने राही और सिख सेवक न महान शक्तियां रिद्धियां सिद्धियां बख्श के सिक्खी का प्रचार कराया। वो नंबरवार प्रसंग अगे आएगा, जिमें भी आएगा आप अगले दीवाना में श्रवण करांगे। हुण समा संपूर्ण होया इत्थे ही समाप्ति है जी। देश विदेशन मह बिचराए गुर सिखी प्रचार कराए। इत श्री गुरपुर प्रकाश ग्रंथे तृतीय महले बाबा सावण मल जी औ मंजियां बख्शन। प्रसंग वर्णनं नाम तृतीयो मंदिर है। वाहिगुरु जी का खालसा वाहिगुरु जी की फतेह। हे अच्युत हे पार ब्रह्म अविनाशी अगनाश। हे पूरन हे सर्वमय दुख भंजन गुणतास। हे संगी हे निरंकार हे निर्गुण सब टेक। हे गोविंद हे गुण निधान जाके सदा विवेक। हे अपरंपर हर हरे है पी हो वनहार। हे संतां का सदा संग निराधार। हे ठाकुर हों दासरो मैं निर्गुण गुण नहीं कोई। नानक दीजै नाम दान रखो हिय परोय। हाय प्रभ शरणागति कृपा निज दयाल। एक अखर हर मन वसत नानक होत निहाल। वाहिगुरु नाम जहाज है चढ़े सो तरे पार। जो सरदा कर सेवंदे गुरु पारे उतारन हार। जो सरदा कर सेवंदे गुरु पारे उतारन हार। तुम ठाकुर तुम अरदास यो पिंड सब तेरी रास।